ਸ਼ਲੋਕ ਮਹਲਾ ਦੂਜਾ। ਏਕ ਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਅੱਜ ਆਪਾਂ 23 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 474 ਦੇ ਉੱਪਰ ਸੁਭਾਈਮਾਨ ਹੈ। ਇਸ ਸ਼ਲੋਕ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਭੁਲੇਖੇ ਨੂੰ ਸਮਾਜ ਵਿੱਚੋਂ ਦੂਰ ਕਰਨ ਦਾ ਬਹੁਤ ਪਿਆਰਾ ਯਤਨ ਕੀਤਾ ਹੈ, ਜਿਹੜਾ ਸਾਡੇ ਸਮਾਜ ਵਿੱਚ ਇੱਕ ਭੁਲੇਖਾ ਹੈ। ਕਈ ਵਾਰੀ ਅਸੀਂ ਆਪਣੇ ਮਨ ਦੇ ਜ਼ੋਰ ਨਾਲ ਜਾਂ ਆਪਣੇ ਵੱਲੋਂ ਸਰੀਰ ਦੇ ਤਲ ਉੱਪਰ ਕੀਤੇ ਹੋਏ ਧਾਰਮਿਕ ਕਰਮਾਂ ਨੂੰ ਦਾਤ ਸ਼ਬਦ ਨਾਲ ਅਸੀਂ ਯਾਦ ਕਰਦੇ ਹਾਂ ਕਿ ਵੇਖੋ ਮਾਲਕ ਦੀ ਕਿੱਡੀ ਵੱਡੀ ਸਾਡੇ 'ਤੇ ਦਾਤ ਹੈ, ਕਿੱਡੀ ਵੱਡੀ ਮਾਲਕ ਨੇ ਸਾਡੇ 'ਤੇ ਮਿਹਰ ਕੀਤੀ ਹੈ। ਗੁਰਦੇਵ ਨੇ ਬਹੁਤ ਪਿਆਰਾ ਬਚਨ ਇੱਥੇ ਕਿਹਾ ਹੈ, ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੈ। ਅਸਲ ਦੇ ਵਿੱਚ ਉਹ ਕਰਾਮਾਤ ਹੈ, ਕਰਾਮਾਤ ਦਾ ਅਰਥ ਹੁੰਦਾ ਹੈ ਬਖਸ਼ਿਸ਼। ਅਸਲ ਵਿੱਚ ਉਹ ਬਖਸ਼ਿਸ਼ ਹੈ ਜਿਹੜੇ ਕੰਮ 'ਤੇ ਮਾਲਕ ਦੀ ਪ੍ਰਸੰਨਤਾ ਹੋਵੇ, ਜਿਹ 'ਤੇ ਮਾਲਕ ਜੀ ਖੁਸ਼ ਹੋ ਜਾਣ। ਜੇ ਅਸੀਂ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕੇ ਤੇ ਅਸੀਂ ਉਹਨਾਂ ਕਰਮਾਂ ਨੂੰ ਕਦੀ ਵੀ ਬਖਸ਼ਿਸ਼ ਜਾਂ ਕਰਾਮਾਤ ਸ਼ਬਦ ਨਾਲ ਯਾਦ ਨਹੀਂ ਕਰ ਸਕਦੇ। ਇੰਜ ਕਹਿ ਲਈਏ ਵੀ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਨੂੰ ਕਈ ਵਾਰੀ ਅਸੀਂ ਦਾਤ ਕਹਿਣ ਦੀ ਕੋਸ਼ਿਸ਼ ਕਰਦੇ ਹਾਂ। ਸਮਾਜ ਵਿੱਚ ਕਿਹਾ ਵੀ ਜਾ ਰਿਹਾ ਹੈ। ਤਾਂ ਸਾਹਿਬ ਨੇ ਬਹੁਤ ਪਿਆਰਾ ਇੱਥੇ ਕੁਐਸਚਨ ਕੀਤਾ ਹੈ, ਇਹ ਕਨੇਹੀ ਦਾਤ। ਕਨੇਹੀ ਦਾ ਅਰਥ ਹੈ ਕਿਹੋ ਜਿਹੀ ਦਾਤ ਹੈ। ਮਹਾਰਾਜ ਕਹਿੰਦੇ ਨੇ ਆਪਸ ਤੇ ਜੋ ਪਾਈਏ। ਆਪਸ ਤੇ ਜੋ ਪਾਈਏ ਦਾ ਅਰਥ ਹੈ ਜਿਹੜੀ ਤੂੰ ਆਪਣੇ ਆਪ ਕਰਕੇ ਤੇ ਉਹਨੂੰ ਆਪੇ ਦਾਤ ਕਹਿੰਦਾ ਹੈ। ਆਪੇ ਤੀਰਥਾਂ ਤੇ ਇਸ਼ਨਾਨ ਕਰ ਲਿਆ ਤੇ ਆਪੇ ਕਹਤਾ ਵੇਖੋ ਜੀ ਮਾਲਕ ਦੀ ਕਿੱਡੀ ਵੱਡੀ ਦਾਤ ਹੈ। ਕਿਸੇ ਤੀਰਥ ਤੇ ਇਸ਼ਨਾਨ ਕਰ ਲਿਆ, ਕਿਤੇ ਕੋ ਪੂਜਾ ਕਰ ਲਈ, ਕਿਤੇ ਕੋ ਸਰੀਰ ਦੇ ਉੱਤੇ ਸੁਆਹ ਮਲ ਲਈ। ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਨੂੰ ਸਾਡਾ ਸਮਾਜ ਕਈ ਵਾਰੀ ਦਾਤ ਕਹਿ ਦਿੰਦਾ ਹੈ। ਪਰ ਬਾਣੀ 'ਚੋਂ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਸਤਿਗੁਰ ਨੇ ਦਾਤ ਕਿਹਨੂੰ ਕਿਹਾ ਹੈ, ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ। ਕੁਝ ਸ਼ਬਦਾਂ ਦੀ ਡੈਫੀਨੇਸ਼ਨ, ਪਰਿਭਾਸ਼ਾ ਸਮਾਜ ਵਿੱਚ ਆਪਣੀ ਹੈ, ਗੁਰੂ ਦੀ ਬਾਣੀ ਵਿੱਚ ਉਹਨਾਂ ਸ਼ਬਦਾਂ ਦੀ ਪਰਿਭਾਸ਼ਾ ਬਿਲਕੁਲ ਅਲੱਗ ਹੈ। ਜਦੋਂ ਅਸੀਂ ਬਾਣੀ 'ਚੋਂ ਪੜ੍ਹਾਂਗੇ, ਹੁਣ ਸਾਡਾ ਤਾਂ ਸਮਾਜ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਵੀ ਦਾਤ ਕਹਿੰਦਾ ਕਈ ਵਾਰੀ। ਹੁਣ ਜਿਹੜੇ ਬੰਦੇ ਮਹੀਨਾ ਬਾਅਦ ਸੰਗਰਾਂਦ 'ਤੇ ਕਿਸੇ ਡੇਰੇ 'ਚ ਮੱਥਾ ਟੇਕਣ ਜਾਂਦੇ ਨੇ, ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਨੇ, ਕੋਈ ਕਿਸੇ ਪੰਡਤ ਜੋਤਸ਼ੀ ਕਿਸੇ ਬਾਬੇ ਵੱਲੋਂ ਕਹਿਣ 'ਤੇ ਪੂਜਾ ਕਰਦੇ ਨੇ ਵਿਸ਼ੇਸ਼ ਕਿਸਮ ਦੀ, ਉਹਨੂੰ ਵੀ ਕਈ ਵਾਰੀ ਕਹਿੰਦੇ ਨੇ ਵੇਖੋ ਮਾਲਕ ਦੀ ਕਿੱਡੀ ਵੱਡੀ ਦਾਤ ਹੈ, ਕਿੱਡੀ ਵੱਡੀ ਮਾਲਕ ਦੀ ਕਿਰਪਾ ਹੈ। ਆਪਾਂ ਹੁਣ ਬਾਣੀ 'ਚੋਂ ਸਮਝਣ ਦੀ ਕੋਸ਼ਿਸ਼ ਕਰਨਾ, ਬਾਣੀ ਮੁਤਾਬਕ ਦਾਤ ਕੀ ਹੈ। ਤਾਂ ਹਜ਼ੂਰ ਦਾ ਬਹੁਤ ਪਿਆਰਾ ਵਾਕ ਹੈ। ਗੁਰਦੇਵ ਜੀ ਕਹਿੰਦੇ ਨੇ, ਐ ਜੀ ਗੁਰ ਕੀ ਦਾਤ ਨਾ ਮੇਟੇ ਕੋਈ। ਆਹ ਹੈ ਗੁਰੂ ਦੀ ਦਾਤ। ਕਿਹੜੀ ਦਾਤ? ਯਾਨੀ ਕਿ ਗੁਰੂ ਦੀ ਸਿੱਖਿਆ ਰੂਪੀ ਦਾਤ, ਜਿਹਦੇ ਨਾਲ ਅਸੀਂ ਸਚਿਆਰਾ ਬਣਨਾ, ਇਹ ਹੈ ਗੁਰੂ ਦੀ ਦਾਤ। ਬਾਣੀ 'ਚੋਂ ਆਪਾਂ ਪੜ੍ਹਦੇ ਹਾਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਮਾਲਕ ਜੀ ਅਸੀਂ ਔਗੁਣਾਂ ਨਾਲ ਭਰੇ ਪਏ ਹਾਂ, ਤੁਸੀਂ ਦਾਤੇ ਹੋ ਕਾਹਦੇ? ਗੁਣਾਂ ਦੇ। ਅਸੀਂ ਅਗਿਆਨਤਾ ਵਿੱਚ ਕੰਮ ਕਰਨ ਵਾਲੇ ਹਾਂ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਜਦੋਂ ਗੁਰੂ ਆਪਣੀ ਸਿੱਖਿਆ ਰੂਪੀ ਪੱਲੇ ਨਾਲ ਲਾਉਂਦਾ ਹੈ, ਇਹ ਗੁਰੂ ਦੀ ਇੱਕ ਦਾਤ ਹੈ ਜਿਹੜੀ ਤੂੰ ਲੈਣੀ ਨਹੀਂ ਚਾਹੁੰਦਾ। ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮ ਕਾਂਡਾਂ ਨੂੰ ਤੂੰ ਦਾਤ ਕਹੀ ਜਾਂਦਾ। ਇਹ ਨਹੀਂ ਦਾਤ ਆਪਸ ਤੇ ਜੋ ਪਾਈਏ। ਇਹ ਕਿਹੋ ਜਿਹੀ ਦਾਤ ਹੈ ਜਿਹੜੀ ਤੂੰ ਆਪਣੇ ਆਪ ਨੂੰ ਆਪੇ ਕਹੀ ਜਾਂਦਾ ਹੈ। ਹੁਣ
ਤੀਰਥਾਂ ਤੇ ਨਹਾਉਣ ਵਾਲਾ ਆਪਣੇ ਆਪ ਨੂੰ ਕਹਿੰਦਾ ਵੇਖੋ ਮਾਲਕ ਦੀ ਕਿੱਡੀ ਵੱਡੀ ਬਖਸ਼ਿਸ਼ ਹੈ, ਅਸੀਂ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਾਂ। ਬਾਣੀ ਕਹਿੰਦੀ ਤੀਰਥ ਜਾਓ ਤਾਂ ਹੋਂ ਕਰਤੇ। ਤੀਰਥਾਂ ਤੇ ਜਾਣ ਵਾਲੇ ਤਾਂ ਹਉਮੈ ਨਾਲ ਭਰੇ ਪਏ ਨੇ, ਪੰਡਤ ਤੋਂ ਪੁੱਛੋ ਤਾਂ ਮਾਇਆ ਰਾਤੇ। ਤੋ ਸਾਹਿਬ ਜੀ ਇੱਥੇ ਫਰਮਾਉਂਦੇ ਨੇ, ਐ ਜੀ ਗੁਰ ਕੀ ਦਾਤ ਨਾ ਮਿਟੇ ਕੋਈ। ਹੇ ਭਾਈ, ਹੇ ਮਨ, ਹੇ ਜੀਵ, ਗੁਰੂ ਦੀ ਦਾਤ ਨੂੰ ਕੋਈ ਨਹੀਂ ਮਿਟਾ ਸਕਦਾ। ਕਿਉਂ? ਕਿਉਂਕਿ ਮੇਰੇ ਠਾਕੁਰ ਆਪ ਦਵਾਈ। ਮੇਰੇ ਠਾਕੁਰ ਨੇ, ਮੇਰੇ ਮਾਲਕ ਨੇ, ਮੇਰੇ ਖਸਮ ਨੇ, ਮੇਰੇ ਪ੍ਰਮਾਤਮਾ ਨੇ ਇਹ ਦਾਤ ਖੁਦ ਆਪ ਦਿੱਤੀ ਹੈ। ਹੁਣ ਕਿਹੜੀ ਦਾਤ ਹੈ ਜੀ ਭਲਾ? ਸੁਣਿਓ ਹੁਣ ਧਿਆਨ ਨਾਲ। ਮੈਂ ਕਹਿੰਦਾ ਕਿੱਡੀ ਕਮਾਲ ਦੀ ਡੈਫੀਨੇਸ਼ਨ ਇੱਥੇ ਦਾਤ ਦੀ ਕਲੀਅਰ ਕੀਤੀ ਹੈ ਪਾਤਸ਼ਾਹ ਨੇ। ਕਹਿਣਗੇ ਨਿੰਦਕ ਨਰ, ਨਿੰਦਕ ਮਨੁੱਖ, ਕਾਲੇ ਮੁਖ ਨਿੰਦਾ। ਉਹਨਾਂ ਦੇ ਮੁਖ ਕਾਲੇ ਹੋ ਜਾਂਦੇ ਨੇ। ਕਿਹਨਾਂ ਦੇ? ਜਿਨ ਗੁਰ ਕੀ ਦਾਤ ਨਾ ਭਾਈ, ਜਿਨ੍ਹਾਂ ਨੂੰ ਗੁਰੂ ਦੀ ਦਾਤ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਹੁਣ ਕਿਹੜੀ ਦਾਤ ਹੈ? ਗੁਰੂ ਦੀ ਸਿੱਖਿਆ ਰੂਪੀ ਦਾਤ। ਜਿਨ੍ਹਾਂ ਨੂੰ ਵੀ ਆਪਣੇ ਗੁਰੂ ਦੀ ਸਿੱਖਿਆ ਰੂਪੀ ਦਾਤ ਨਹੀਂ ਚੰਗੀ ਲੱਗਦੀ, ਸਤਿਗੁਰ ਦੀ ਬਾਣੀ ਦਾ ਵਾਕ ਹੈ, ਉਹ ਸਭ ਤੋਂ ਵੱਡੇ ਨਿੰਦਕ ਨੇ। ਤੋ ਨਿੰਦਕ ਦਾ ਅਰਥ ਕੇਵਲ ਇੰਨਾ ਨਹੀਂ ਹੁੰਦਾ ਵੀ ਜਿਹੜਾ ਮੂੰਹੋਂ ਬੋਲ ਕੇ ਕਵੇ ਜਾਂ ਗੁਰੂ ਸਾਹਿਬ ਦੇ ਬਾਰੇ ਕੋਈ ਸ਼ਬਦ ਬੋਲੇ ਤੇ ਉਹੀ ਨਿੰਦਿਆ ਹੁੰਦਾ ਹੈ। ਗੁਰੂ ਦੀ ਸਿੱਖਿਆ ਨੂੰ ਇਗਨੋਰ ਕਰਨਾ, ਗੁਰੂ ਦੀ ਸਿੱਖਿਆ ਤੋਂ ਪਾਸਾ ਵਟਣਾ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਨਾ ਧਾਰਨ ਕਰਨਾ ਵੀ ਵਾਸਤਵ ਵਿੱਚ ਗੁਰੂ ਦੀ ਨਿੰਦਿਆ ਹੀ ਹੈ। ਜਿਵੇਂ ਆਪਾਂ 13 ਨੰਬਰ ਅਸ਼ਟਪਦੀ ਵਿੱਚ ਪੜ੍ਹ ਆਏ ਹਾਂ, ਉਹਦੇ ਆਰੰਭ ਵਿੱਚ ਜਿਹੜਾ ਸ਼ਲੋਕ ਆਇਆ ਹੈ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਸੰਤ ਸ਼ਰਨ, ਜਿਹੜਾ ਗੁਰੂ ਸੰਤ ਪਰਮਾਤਮਾ ਸੰਤ ਦੀ ਸ਼ਰਨ ਪੈਂਦਾ ਹੈ, ਭਾਵ ਜਿਹੜਾ ਸਿੱਖਿਆ ਨੂੰ ਜ਼ਿੰਦਗੀ 'ਚ ਧਾਰਨ ਕਰਦਾ ਹੈ, ਸੋ ਜਨ ਉਹ ਜਨ। ਉਦਰਨਹਾਰ, ਉਦਰਨਹਾਰ ਦਾ ਅਰਥ ਕੀ ਹੈ? ਉਹ ਬੁਰਿਆਂ ਕੰਮਾਂ ਤੋਂ ਬਚ ਜਾਂਦਾ ਹੈ। ਯਾਨੀ ਕਿ ਉਹ ਆਪਣਾ ਮੁਖ ਕਾਲਾ ਹੋਣ ਤੋਂ ਆਪਣੇ ਆਪ ਨੂੰ ਬਚਾ ਲੈਂਦਾ ਹੈ। ਕਾਲਾ ਮੁਖ ਬਾਹਰੋਂ ਨਹੀਂ ਹੁੰਦਾ, ਕਾਲਾ ਮੁਖ ਅੰਦਰੋਂ ਹੁੰਦਾ ਹੈ। ਜਿਵੇਂ ਆਪਾਂ ਭਗਤ ਫਰੀਦ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ ਤਾਂ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਤਿੰਨਾਂ ਮੁਖ ਡਰਾਵਣੇ, ਉਹਨਾਂ ਦੇ ਚਿਹਰੇ ਬੜੇ ਡਰਾਉਣੇ ਨੇ। ਭਗਤ ਜੀ ਕਿਹਨਾਂ ਦੇ? ਕਹਿੰਦੇ ਜਿਨ੍ਹਾਂ ਵਿਸਾਰਿਓ ਨਾਉ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਨਾਮ ਵਿਸਾਰ ਦਿੱਤਾ, ਨਾਮ ਭੁਲਾ ਦਿੱਤਾ। ਨਾਮ ਕੀ ਹੈ? ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦੀ ਦਾਤ। ਇਹ ਹੈ ਗੁਰੂ ਦੀ ਦਾਤ। ਉਹਨਾਂ ਦੇ ਚਿਹਰੇ ਡਰਾਉਣੇ ਹੁੰਦੇ ਆ। ਮਾਰੋ ਅੱਜ ਧਿਆਨ। ਸਮਾਜ ਵਿੱਚ ਜਿਨ੍ਹਾਂ ਬੰਦਿਆਂ ਦੇ ਕੋਲ ਸੱਚ ਹੈ ਨਹੀਂ, ਉਹਨਾਂ ਦੇ ਚਿਹਰੇ ਭੈ ਭੀਤ ਕਰਦੇ ਆ, ਡਰਾਉਣੇ ਹੋ ਜਾਂਦੇ ਆ ਚਿਹਰੇ। ਉਹਨਾਂ ਖਤਰਨਾਕ ਕੋਈ ਜਾਨਵਰ ਨਹੀਂ ਹੈ ਜਿੰਨਾ ਉਹ ਇਨਸਾਨ ਖਤਰਨਾਕ ਹੈ ਜਿਹਦੇ ਵਿੱਚੋਂ ਸੱਚ ਖੰਭ ਲਾ ਕੇ ਉੱਡ ਗਿਆ। ਬਾਣੀ 'ਚ ਤਾਂ ਹੀ ਤੇ ਸ਼ਬਦ ਵਰਤੇ ਸੀ ਕਿ ਕਲ ਮੈਂ ਪ੍ਰੇਤ ਜਿਨੀ ਨਾਮ ਨਾ ਪਛਾਤਾ। ਬੰਦਾ ਸਭ ਤੋਂ ਵੱਡਾ ਪ੍ਰੇਤ ਹੈ ਜਿਹਦੇ ਕੋਲ ਨਾਮ ਹੈ ਨਹੀਂ। ਇਸ ਨੂੰ ਆਖਿਆ ਸੀ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਉਹ ਮਾਂ ਭੂਤ ਹੈ, ਉਹ ਮਾਂ ਦੇ ਘਰ ਪੈਦਾ ਹੋਣ ਵਾਲੀ ਔਲਾਦ ਭੂਤ ਹੈ ਜਿਨ੍ਹਾਂ ਦੇ ਕੋਲ ਸੱਚ ਹੈ ਨਹੀਂ। ਕਲੀ ਅੰਦਰ, ਕਲੀ ਮੀਨਿੰਗ ਕਲੇਸ਼, ਕਲੀ ਅੰਦਰ ਨਾਨਕਾ ਜਿਨ੍ਹਾਂ, ਜਿਨ੍ਹਾਂ ਜਿਨ ਪੜ੍ਹਨਾ ਇਹਨੂੰ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ। ਜੇ ਉਸ ਮਾਂ ਦੇ ਘਰ ਜਨਮ ਲੈਣ ਵਾਲੇ ਪੁੱਤ ਦੇ ਕੋਲ ਵੀ ਸੱਚ ਹੈ ਨਹੀਂ, ਪੁੱਤ ਵੀ ਭੂਤ ਹੈ, ਪੁੱਤ ਵੀ ਜਿੰਨ ਹੈ। ਜੰਮਦਾ ਕੋਈ ਭੂਤ ਨਹੀਂ, ਜੰਮਦਾ ਕੋਈ ਧਰਮੀ ਨਹੀਂ, ਜੰਮਦਾ ਕੋਈ ਅਧਰਮੀ ਨਹੀਂ। ਬੰਦੇ ਦੇ ਕਰਮ, ਬੰਦੇ ਦੀਆਂ ਆਦਤਾਂ ਇਹਨੂੰ ਭੂਤ ਵੀ ਬਣਾ ਦਿੰਦੀਆਂ ਨੇ। ਇੱਕੋ ਇਨਸਾਨ ਹੈ ਜਿਹੜਾ ਸਾਰੇ ਰੋਲ ਹੀ ਕਰੀ ਜਾਂਦਾ ਹੈ। ਦੇਖੋ ਜਿਹੜਾ ਕੁੱਤਾ ਹੈ ਨਾ, ਕੁੱਤਾ ਕੁੱਤਾ ਹੀ ਰਹਿੰਦਾ ਹੈ, ਸੱਪ ਸੱਪ ਹੀ ਰਹਿੰਦਾ ਹੈ, ਮੱਝ ਮੱਝ ਰਹਿੰਦੀ ਹੈ, ਗਾਂ ਗਾਂ ਰਹਿੰਦੀ ਹੈ। ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਸਾਰੇ ਆਪੋ ਆਪਣਾ ਸੁਭਾਅ ਜਿਉਂਦੇ ਨੇ। ਇੱਕ ਇਨਸਾਨ ਵਾਹਦ ਦੁਨੀਆ 'ਤੇ ਇੱਕ ਇਨਸਾਨ ਹੈ ਜਿਹੜਾ ਹਰ ਇੱਕ ਦਾ ਰੋਲ ਅਦਾ ਕਰ ਲੈਂਦਾ ਹੈ। ਇੱਕ ਕਿੱਡਾ ਵੱਡਾ ਨੌਟੰਕੀਬਾਜ਼ ਹੈ। ਜਦੋਂ ਗੁਰਦੇਵ ਨੂੰ ਇਹ ਕਹਿਣਾ ਪਿਆ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ, ਇਹਦੇ ਕੰਮ ਕੁੱਤਿਆਂ ਵਾਲੇ, ਸ਼ਕਲ ਇਹਦੀ ਮਨੁੱਖਾਂ ਵਾਲੀ। ਮਾਨਸ ਮੂਰਤ, ਮੂਰਤ ਮੀਨਿੰਗ ਸ਼ਕਲ, ਸ਼ਕਲ ਮਨੁੱਖ ਵਾਲੀ ਪਰ ਕਰਨੀ ਕੁੱਤਾ। ਦਰ ਫਰਮਾਨ ਜਦੋਂ ਗੁਰਦੇਵ ਨੂੰ ਇਹ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਰਤੂਤਾਂ ਪਸ਼ੂਆਂ ਵਾਲੀਆਂ। ਜਿਹੜੇ ਜਿਹੜੇ ਅਵਗੁਣ ਇਹਨਾਂ ਪਸ਼ੂ ਪੰਛੀਆਂ ਪਰਿੰਦਿਆਂ ਵਿੱਚ ਹੁੰਦੇ ਨੇ, ਐਬ,
ਉਹ ਇੱਕੇ ਮਨੁੱਖ ਇਕੱਲੇ 'ਚ ਹੀ ਪਾਏ ਜਾਂਦੇ ਨੇ। ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ। ਇੱਕ ਇਨਸਾਨ ਹੈ ਜਿਹੜਾ ਹਰ ਇੱਕ ਦਾ ਰੋਲ ਅਦਾ ਕਰ ਰਿਹਾ। ਕਾਂ ਵਾਸ਼ਨਾਵਾਂ ਤੇ ਹਾਥੀ ਦਾ ਰੋਲ ਅਦਾ ਕਰਦਾ, ਜ਼ੁਬਾਨ ਦੇ ਚਸਕੇ ਤੇ ਮੱਛੀ ਦਾ ਰੋਲ ਅਦਾ ਕਰਦਾ, ਇਹਨੂੰ ਵੇਖਣ ਦਾ ਚਸਕਾ ਹੈ ਤੇ ਪਤੰਗੇ ਦਾ ਰੋਲ ਅਦਾ ਕਰਦਾ ਹੈ। ਕੰਨਾਂ ਨਾਲ ਸੁਣਨ ਦਾ ਚਸਕਾ ਹੈ ਤੇ ਹਿਰਨ ਦਾ ਰੋਲ ਅਦਾ ਕਰਦਾ ਹੈ। ਜੇ ਸੂਹਣ ਦਾ ਚਸਕਾ ਹੈ ਤੇ ਭੌਰੇ ਦਾ ਰੋਲ ਅਦਾ ਕਰਦਾ ਹੈ। ਲਾਲਚ ਹੈ ਤੇ ਕੁੱਤੇ ਦਾ ਰੋਲ ਅਦਾ ਕਰਦਾ ਹੈ। ਫਿਰ ਲਾਲਚ ਵਿੱਚ ਕੁੱਤਾ ਵੀ ਆ ਗਿਆ ਤੇ ਬਾਂਦਰ ਵੀ ਆ ਗਿਆ। ਬਾਂਦਰ ਵੀ ਲਾਲਚ ਕਰਕੇ ਫੜਿਆ ਜਾਂਦਾ ਹੈ। ਜਿਸ ਬੰਦੇ 'ਚ ਇੰਨੇ ਰੋਲ ਨੇ, ਜਿਹੜਾ ਬੰਦਾ ਇੰਨੇ ਰੋਲ ਅਦਾ ਕਰ ਸਕਦਾ ਹੈ, ਤੇ ਹੁਣ ਸੋਚ ਕੇ ਵੇਖੋ ਡਰਾਉਣਾ ਮੁੱਖ ਹੋਇਆ ਕਿ ਨਾ ਹੋਇਆ। ਅਸੀਂ ਕਈ ਵਾਰੀ ਕੁੱਤੇ ਕੋਲੋਂ ਡੰਡਾ ਲੈ ਕੇ ਜਾਂਦੇ ਹਾਂ, ਅਸੀਂ ਕੁੱਤੇ ਦੇ ਕੋਲ ਡੰਡਾ ਲੈ ਕੇ ਜਾਂਦੇ ਹਾਂ, ਕੁੱਤਾ ਕਹਿੰਦਾ ਵੇਖ ਜੇ ਤੂੰ ਮੈਨੂੰ ਕੁਝ ਨਹੀਂ ਕਹਿੰਦਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ। ਪਰ ਬੰਦੇ ਨੇ ਤੇ ਉਹਨਾਂ ਦੇ ਵੀ ਘਰ ਤਬਾਹ ਕੀਤੇ ਜਿਨ੍ਹਾਂ ਨੇ ਇਹਨੂੰ ਕਦੀ ਕੁਝ ਕਿਹਾ ਹੀ ਨਹੀਂ ਸੀ। ਕਹਿੰਦਾ ਫਿਰ ਵੀ ਆਪਣੇ ਆਪ ਨੂੰ ਇਨਸਾਨ ਹੈ। ਤੋ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਉਹਨਾਂ ਦੇ ਚਿਹਰੇ ਬੜੇ ਡਰਾਉਣੇ ਨੇ। ਜਿਨ੍ਹਾਂ ਵਿਸਾਰਿਓ ਨਾਉ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚੋਂ ਨਾਮ ਵਿਸਾਰ ਦਿੱਤਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚੋਂ ਸੱਚ ਭੁਲਾ ਦਿੱਤਾ। ਇੱਥੇ ਦੁੱਖ ਘਨੇਰਿਆ। ਇੱਥੇ ਦਾ ਅਰਥ ਕੀ ਹੈ? ਵਰਤਮਾਨ। ਇਹਦਾ ਅਰਥ ਇਹ ਨਹੀਂ ਵੀ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ। ਅੱਗੇ ਦਾ ਅਰਥ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੋ ਰਹੀ। ਇੱਥੇ ਦੁੱਖ ਘਨੇਰਿਆ ਕਿਹਨਾਂ ਨੂੰ? ਜਿਨ ਗੁਰ ਕੀ ਦਾਤ ਨਾ ਭਾਈ। ਆਹ ਹੈ ਦਾਤ। ਜਿਹੜੇ ਇਸ ਦਾਤ ਤੋਂ ਮੁਨਕਰ ਨੇ ਉਹ ਇੱਥੇ ਦੁੱਖ ਘਨੇਰਿਆ। ਆ ਜਿਹੜੀਆਂ ਜਿਹਨੂੰ ਤੂੰ ਦਾਤ ਕਹਿੰਦਾ, ਅੱਛਾ ਇਹ ਕਿ ਨਹੀਂ ਦਾਤ, ਇਹ ਕਿਹੋ ਜਿਹੀ ਦਾਤ ਹੈ? ਦਾਤਾਂ ਲੈ ਕੇ ਵੀ ਰੋਈ ਜਾਂਦਾ ਹੈ। ਜੇ ਤੂੰ ਤੀਰਥਾਂ ਤੇ ਨਹਾਉਣ ਨੂੰ ਦਾਤ ਕਹਿੰਦਾ, ਦਾਤਾਂ ਵਾਲਾ ਤੇ ਰੋਂਦਾ ਹੀ ਨਹੀਂ। ਤੂੰ ਪੁੱਤਰ ਨੂੰ ਦਾਤ ਕਹਿਣਾ ਹੈ, ਪੁੱਤਰ ਦੀ ਦਾਤ ਮਿਲਣ ਤੋਂ ਬਾਅਦ ਤੇਰੇ ਘਰੋਂ ਦੁੱਖ ਚਲੇ ਜਾਣੇ ਚਾਹੀਦੇ ਸੀ। ਗੱਡੀ ਨੂੰ ਦਾਤ ਕਹਿਣ ਵਾਲਿਆ, ਗੱਡੀ ਜਦੋਂ ਦੀ ਤੇਰੇ ਘਰ ਆਈ ਹੈ ਤੇਰੇ ਘਰ ਤੇ ਸੁੱਖ ਹੋਣੇ ਚਾਹੀਦੇ ਸੀ। ਫਿਰ ਤੇ ਗੱਡੀ ਦਾਤ ਸੀ ਤੇਰੇ ਵਾਸਤੇ, ਘਰ ਦਾਤ ਸੀ। ਪਰ ਦਾਤ ਇਹ ਨਹੀਂ ਸੀ। ਦਾਤ ਕੀ ਸੀ? ਗੁਰੂ ਦੀ ਸਿੱਖਿਆ ਦਾਤ ਸੀ। ਤੇ ਜਿਨ੍ਹਾਂ ਘਰਾਂ 'ਚ ਗੁਰੂ ਦੀ ਸਿੱਖਿਆ ਰੂਪੀ ਦਾਤ ਆ ਜਾਂਦੀ ਹੈ ਨਾ, ਜ਼ਿੰਦਗੀ 'ਚ ਜਿੰਨੇ ਮਰਜ਼ੀ ਉਤਰਾ ਚੜਾਉਣ ਉਹ ਕਦੀ ਡੋਲਦੇ ਨਹੀਂ। ਅੱਜ ਸਾਨੂੰ ਕਿਹੜੀ ਦਾਤ ਨਹੀਂ ਭਾ ਰਹੀ? ਹੁਣ ਇਮਾਨਦਾਰੀ ਨਾਲ ਜਵਾਬ ਦਿਓ। ਇੱਥੇ ਕੀ ਸ਼ਬਦ ਵਰਤਿਆ? ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਕਿਹੜੀ ਦਾਤ ਹੈ ਜਿਹੜੀ ਗੁਰੂ ਵੱਲੋਂ ਚੰਗੀ ਨਹੀਂ ਲੱਗਦੀ? ਮੰਨ ਲਓ ਜੇ ਆਪਾਂ ਪੁੱਤਰ ਦਾਤ ਕਹੀਏ, ਮੰਨ ਲਓ ਰੱਬ ਪੁੱਤਰ ਦਿੰਦਾ ਹੈ ਤੇ ਪੁੱਤਰ ਦੀ ਦਾਤ ਭਲਾ ਚੰਗੀ ਨਹੀਂ ਲੱਗਦੀ? ਕਿਹਨੂੰ ਪੁੱਤਰ ਦੀ ਦਾਤ ਨਹੀਂ ਚੰਗੀ ਲੱਗਦੀ ਜੀ? ਇਮਾਨਦਾਰੀ ਨਾਲ ਸੋਚ ਕੇ ਵੇਖਿਓ, ਹਰ ਇੱਕ ਨੂੰ ਚੰਗੀ ਲੱਗਦੀ ਹੈ। ਮੰਨ ਲਓ ਜੇ ਗੱਡੀ ਦਾਤ ਹੈ, ਗੱਡੀ ਦੀ ਦਾਤ ਕਿਹਨੂੰ ਨਹੀਂ ਚੰਗੀ ਲੱਗਦੀ? ਸਾਰਿਆਂ ਨੂੰ ਚੰਗੀ ਲੱਗਦੀ ਹੈ। ਘਰ ਦਾਤ ਹੈ, ਘਰ ਦੀ ਦਾਤ ਕਿਹਨੂੰ ਨਹੀਂ ਚੰਗੀ ਲੱਗਦੀ? ਸਾਰਿਆਂ ਨੂੰ ਚੰਗੀ ਲੱਗਦੀ ਹੈ। ਨੌਕਰੀ ਦਾਤ ਹੈ, ਬਿਲਕੁਲ ਦਾਤ ਹੈ, ਕਿਹਨੂੰ ਨਹੀਂ ਚੰਗੀ ਲੱਗਦੀ? ਬਿਜ਼ਨਸ, ਵਪਾਰ, ਫੈਕਟਰੀ, ਕਾਰੋਬਾਰ, ਏ ਤੋਂ ਜ਼ੈਡ ਜੋ ਕੁਝ ਵੀ ਦਿਸ ਰਿਹਾ ਹੈ, ਜੇ ਸਭ ਦਾਤਾਂ ਹੀ ਨੇ ਤੇ ਇਹ ਕਿਹਨੂੰ ਨਹੀਂ ਚੰਗੀਆਂ ਲੱਗਦੀਆਂ? ਸਭ ਨੂੰ ਚੰਗੀਆਂ ਲੱਗਦੀਆਂ ਨੇ। ਫਿਰ ਕਿਹੜੀ ਦਾਤ ਹੈ ਜਿਹੜੀ ਭਾਉਂਦੀ ਨਹੀਂ ਹੈ? ਉਹ ਇੱਕੋ ਹੀ ਦਾਤ ਹੈ। ਕਿਹੜੀ ਭਲਾ? ਜਿਹਨੂੰ ਬਾਣੀ ਦਾਤ ਆਂਦੀ ਹੈ। ਉਹ ਕੀ ਹੈ? ਗੁਰੂ ਦੀ ਸਿੱਖਿਆ ਰੂਪੀ ਦਾਤ, ਜਿਹੜੀ ਅੱਜ ਭਾ ਨਹੀਂ ਰਹੀ। ਪਾਠ ਕਰਾ ਲਿਆ, ਬੜੀ ਦਾਤ ਹੈ। ਰੱਬ ਨੇ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਜੇ ਇਹੋ ਦਾਤ ਸੀ, ਤੁਹਾਡੇ ਘਰ ਤੇ ਲੜਾਈ ਹੋਣੀ ਨਹੀਂ ਸੀ ਚਾਹੀਦੀ, ਤੁਹਾਡੇ ਪੁੱਤਰ ਦਾ ਡਿਵੋਰਸ ਤੇ ਹੋਣਾ ਨਹੀਂ ਸੀ ਚਾਹੀਦਾ, ਤੁਹਾਡੇ ਘਰ ਤੇ ਖੁਸ਼ੀ ਦੀਆਂ ਆਵਾਜ਼ਾਂ ਆਉਣੀਆਂ ਚਾਹੀਦੀਆਂ ਸੀ। ਪਰ ਦਾਤ ਕਿਹੜੀ ਸੀ? ਗੁਰੂ ਦੀ ਸਿੱਖਿਆ ਰੂਪੀ ਦਾਤ, ਜਿਹੜੀ ਪਰਿਵਾਰ ਨੂੰ ਭਾਈ ਨਹੀਂ, ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਪਰਿਵਾਰ ਨੇ ਉਸ ਦਾਤ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਇਆ ਨਹੀਂ। ਇਸੇ ਦਾਤ ਨੂੰ ਜ਼ਿੰਦਗੀ ਵਿੱਚ ਨਾ ਧਾਰਨ ਕਰਕੇ ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਮਾਫ ਕਰਨਾ, ਇਹ ਇਕੱਲੀ ਗ੍ਰਸਤੀਆਂ ਤੇ ਨਹੀਂ ਟੁਕਦੀ, ਇਹ ਅਖੌਤੀ ਸਾਡੇ ਸੰਤ ਸਮਾਜ ਤੇ ਵੀ ਟੁਕਦੀ ਹੈ। ਗੁਰੂ ਸਾਹਿਬ ਨੇ ਸਿੱਖ ਸਮਾਜ ਬਣਾਇਆ ਸੀ, ਸਿੱਖਿਆ ਲੈਣ ਵਾਲਾ ਸਮਾਜ, ਜਿਨ੍ਹਾਂ 'ਚ ਹਰ ਕੰਟਰੀ, ਹਰ ਵਰਗ ਦਾ ਮਨੁੱਖ ਹੁੰਦਾ ਹੈ, ਜਿਸ 'ਚ ਜੈਨੀ, ਬੋਧੀ, ਕਾਲੇ, ਚਿੱਟੇ, ਗੋਰੇ, ਹਰ ਕਿਸਮ ਦੇ ਮਨੁੱਖ, ਹਰ ਕੰਟਰੀ ਦਾ ਮਨੁੱਖ, ਕਿਉਂਕਿ ਸਿੱਖਿਆ ਲੈਣ ਵਾਲਾ ਤਾਂ ਕੋਈ ਵੀ ਹੋ ਸਕਦਾ ਹੈ। ਜਦੋਂ ਗੁਰੂ ਸਾਹਿਬ ਜੀ ਨੇ ਗੱਲ ਹੀ ਗੁਣਾਂ ਦੀ ਕੀਤੀ ਹੈ, ਸਮਾਜ ਦੀ ਕੀਤੀ ਹੈ, ਕੋਈ ਵੀ ਮਨੁੱਖ ਸਿੱਖਿਆ ਲੈ ਸਕਦਾ। ਇਹੋ ਵਜ੍ਹਾ ਸੀ ਗੁਰੂ ਸਾਹਿਬ ਜੀ ਦੇ ਕੋਲ ਸਿੱਖਿਆ ਲੈਣ ਵਾਲਾ ਹਰ ਕਿਸਮ ਦਾ ਮਨੁੱਖ ਆਇਆ। ਗੁਰੂ ਸਾਹਿਬ ਜੀ ਦੇ ਕੋਲੋਂ ਸਿੱਖਿਆ ਲੈ ਕੇ ਉਹ ਸਿੱਖ ਬਣਦਾ ਗਿਆ। ਤੋ ਪਿਆਰਿਓ, ਯਾਦ ਰੱਖਣਾ, ਗੁਰੂ ਸਾਹਿਬ ਜੀ ਨੇ ਕਿੰਨੇ ਪਿਆਰੇ ਉਪਦੇਸ਼ ਬਖਸ਼ਿਸ਼ ਕਰਕੇ ਇਹ ਸਾਨੂੰ ਗਿਆਨ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ। ਇਹੋ ਦਾਤ ਹੈ ਜਿਹੜੀ ਦਾਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹੋ ਦਾਤ ਹੈ ਜਿਹੜੀ ਦਾਤ ਨਾ ਚੰਗੀ ਲੱਗਣ ਕਰਕੇ ਅੱਜ ਚਿਹਰੇ ਡਰਾਉਣੇ ਹੋ ਗਏ। ਮਾਂ ਨੂੰ ਪੁੱਤ ਤੋਂ ਡਰ ਆ ਰਿਹਾ ਹੈ, ਪੁੱਤ ਨੂੰ ਮਾਂ ਤੋਂ ਡਰ ਆ ਰਿਹਾ ਹੈ, ਪਤਨੀ ਨੂੰ ਪਤੀ ਤੋਂ, ਪਤੀ ਨੂੰ ਪਤਨੀ ਤੋਂ।
ਬੱਚਿਆਂ ਨੂੰ ਪਰਿਵਾਰ ਨੂੰ ਬੱਚਿਆਂ ਤੋਂ, ਇੱਕ ਫੈਕਟਰੀ ਦੇ ਮਾਲਕ ਨੂੰ ਆਪਣੇ ਵਰਕਰਾਂ ਤੋਂ ਡਰ ਆ ਰਿਹਾ ਹੈ। ਕਿਉਂ? ਕਿਉਂਕਿ ਅੱਜ ਬੰਦੇ ਦੀ ਜ਼ਿੰਦਗੀ 'ਚੋਂ ਗੁਣ ਜਿਹੜੇ ਨੇ ਖੰਭ ਲਾ ਕੇ ਉੱਡ ਗਏ। ਫਰੀਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ ਇੱਥੇ ਇਸ ਟਾਈਮ ਵਰਤਮਾਨ 'ਚ ਦੁੱਖ ਘਨੇਰਿਆ, ਅੱਗੇ ਠੌਰ ਨਾ ਠਾਉ। ਜੇ ਅੱਜ ਵਰਤਮਾਨ ਸਾਡਾ ਸੁਖੀ ਨਹੀਂ ਹੈ, ਵਰਤਮਾਨ ਦੇ ਵਿੱਚ ਸਾਡੇ ਕੋਲ ਵਿਚਾਰ ਚੰਗੀ ਨਹੀਂ, ਜੇ ਵਰਤਮਾਨ 'ਚ ਸਾਡੇ ਕੋਲ ਅੱਜ ਗੁਰੂ ਦੀ ਦਾਤ ਚੰਗੀ ਨਹੀਂ ਲੱਗਦੀ, ਤੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਇਹ ਕਿੱਦਾਂ ਚੰਗਾ ਹੋਏਗਾ ਭਲਾ, ਇਹ ਕਿੱਦਾਂ ਸੋਹਣਾ ਹੋਏਗਾ। ਜੇ ਸਟੂਡੈਂਟ ਅੱਜ ਨਹੀਂ ਪੜ੍ਹਦਾ, ਐਗਜ਼ਾਮ 'ਚ ਕਿੱਦਾਂ ਪਾਸ ਹੋਏਗਾ ਭਲਾ। ਜੇ ਪੇਕੇ ਘਰ ਧੀ ਗੁਣ ਨਹੀਂ ਸਿੱਖਦੀ, ਸਹੁਰੇ ਘਰ ਵਸੇਗੀ ਕਿਵੇਂ। ਜੇ ਅਸੀਂ ਅੱਜ ਆਪਣਾ ਨਹੀਂ ਸਵਾਰਿਆ ਤੇ ਕੱਲ੍ਹ ਕਿੱਦਾਂ ਸਾਡਾ ਸਵਰੇਗਾ। ਇੱਥੇ ਦਾਤ ਦਾ ਅਰਥ ਹੈ ਗੁਰੂ ਦੀ ਸਿੱਖਿਆ ਰੂਪੀ ਦਾਤ, ਜਿਹੜੀ ਅੱਜ ਸਮਾਜ ਨੂੰ ਚੰਗੀ ਨਹੀਂ ਲੱਗਦੀ। ਬਾਕੀ ਤਾਂ ਦਾਤਾਂ, ਹੁਣ ਜੇ ਅਸੀਂ ਪੁੱਤਰ ਨੂੰ ਦਾਤ ਕਹਿੰਦੇ, ਇਮਾਨਦਾਰੀ ਨਾਲ ਜਵਾਬ ਦਿਓ। ਪੁੱਤਰ ਘਰ 'ਚ ਹੋਵੇ, ਆਪਾਂ ਕਹਿੰਦੇ ਰੱਬ ਨੇ ਦਾਤ ਦਿੱਤੀ ਹੈ, ਬੜੀ ਰੱਬ ਦੀ ਮਿਹਰ ਹੈ। ਫਿਰ ਜੇ ਰੱਬ ਦੀ ਦਾਤਾਂ ਦਿੰਦਾ ਹੈ ਤੇ ਫਿਰ ਧੀ ਕਿਹਦੀ ਦਾਤ ਹੈ? ਧੀ ਵੀ ਤਾਂ ਰੱਬ ਨੇ ਦਿੱਤੀ ਸੀ, ਉਹ ਕਿਉਂ ਨਹੀਂ ਪਸੰਦ? ਉਹ ਤਾਂ ਅਸੀਂ ਨੋਹ 'ਚ ਨੁਕਸ ਕੱਢਦੇ ਹਾਂ। ਇਹ ਧੀਆਂ ਜੰਮਣ ਨੂੰ ਹੀ ਆਈ ਹੈ ਸਾਡੇ ਘਰ, ਇਹਦੇ ਘਰ ਦੋਵੇਂ ਧੀਆਂ ਹੋਈਆਂ ਨੇ, ਇਹਨੇ ਨਹੀਂ ਸਾਨੂੰ ਪੋਤਰੇ ਦਾ ਮੂੰਹ ਵਿਖਾਉਣਾ। ਉਹ ਬੀਬੀਆਂ ਮੈਂ ਆਪਣੀ ਜ਼ਿੰਦਗੀ 'ਚ ਇਹ ਸ਼ਬਦ ਬੋਲਦੀਆਂ ਵੇਖੀਆਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇਹਧਾਰੀ ਬਾਬਿਆਂ ਦੇ ਪੈਰ ਧੋ ਕੇ ਪੀਤੇ ਨੇ। ਕਾਸ਼ ਕਿਤੇ ਬਾਣੀ ਪੜ੍ਹੀ ਹੁੰਦੀ, ਬਾਣੀ ਸਮਝੀ ਹੁੰਦੀ, ਅਸੀਂ ਇਹ ਸ਼ਬਦ ਕਦੀ ਨਾ ਬੋਲਦੇ। ਪਿਆਰਿਓ, ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਰੂਪੀ ਦਾਤ ਭਾ ਗਈ ਨਾ, ਉਹ ਫਿਰ ਇੱਦਾਂ ਕਹਿੰਦੇ, ਉਹ ਕਹਿੰਦੇ ਪੁੱਤ ਹੋ ਗਿਆ ਤਾਂ ਠੀਕ ਹੈ, ਧੀ ਹੋ ਗਈ ਤਾਂ ਠੀਕ ਹੈ, ਜੇ ਔਲਾਦ ਨਾ ਵੀ ਹੋਈ ਅਸੀਂ ਉਸ ਨੂੰਹ ਨਾਲ ਉੱਦਾਂ ਹੀ ਪਿਆਰ ਕਰਾਂਗੇ ਜਿੱਦਾਂ ਧੀਆਂ ਪੁੱਤਾਂ ਵਾਲੀਆਂ ਨੂੰਹਾਂ ਨਾਲ ਪਿਆਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਦੀ ਦਾਤ ਭਾ ਗਈ। ਤੇ ਜੇ ਨਾ ਭਾਈ, ਫਿਰ ਨਿੰਦਕ ਨਰ, ਕਾਲੇ ਮੁਖ ਨਿੰਦਾ। ਫਿਰ ਤੇ ਮਾਂ ਹੋਵੇ, ਭਾਵੇਂ ਸੱਸ ਹੋਵੇ, ਭਾਵੇਂ ਸਹੁਰਾ ਹੋਵੇ। ਤੇ ਇਹ ਗੱਲ ਤੁਸੀਂ ਅਖੌਤੀ 100 ਕਾਰਡ ਸੰਤ ਸਮਾਜ 'ਤੇ ਲਾ ਕੇ ਵੇਖ ਲਓ, ਜਿਨ੍ਹਾਂ ਨੂੰ ਗੁਰੂ ਦੀ ਦਾਤ ਪਾਉਂਦੀ ਹੈ। ਜੇ ਗੁਰੂ ਦੀ ਬਾਣੀ ਦੀ ਰੂਪੀ ਦਾਤ ਪਾਉਂਦੀ ਤੇ ਗੁਰੂ ਦੀ ਹਜ਼ੂਰੀ 'ਚ ਕੱਚੀਆਂ ਧਾਰਨਾ ਕਿਉਂ ਪੜ੍ਹਦੇ। ਜੇ ਗੁਰੂ ਦੀ ਸਿੱਖਿਆ ਰੂਪੀ ਸਚਿਆਰਾ ਬਣਨ ਵਾਲੀ ਦਾਤ ਚੰਗੀ ਲੱਗਦੀ ਤੇ ਆਪਣੇ ਡੇਰੇ ਕਿੱਦਾਂ ਖੜੇ ਕਰਦੇ। ਆਪਾਂ ਕਹਿੰਦੇ ਬਾਣੀ ਬ੍ਰਹਮ ਗਿਆਨੀ ਬਣਾਉਂਦੀ, ਬਾਣੀ ਤੇ ਅਗਲੇ ਪੜ੍ਹੀ ਨਹੀਂ, ਪੜ੍ਹ ਤੇ ਅਗਲੇ ਗੀਤ ਰਿਹਾ ਗੁਰੂ ਦੀ ਹਜ਼ੂਰੀ 'ਚ। ਆਪਾਂ ਤੇ ਇਹ ਕਹਿੰਦੇ ਵੀ ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਬੰਦਾ ਚੰਗਾ ਬਣਦਾ। ਇੱਥੇ ਤੇ ਕੱਚੇ ਗੀਤਾਂ ਨੂੰ ਬੰਦੇ ਇੱਥੇ ਗੁਰੂ ਦੀ ਹਜ਼ੂਰੀ ਵਿੱਚ ਗਾ ਰਹੇ ਆ। ਇਹਦਾ ਅਰਥ ਅਖੌਤੀ ਸੰਤ ਸਮਾਜ ਨੂੰ ਗੁਰੂ ਦੀ ਦਾਤ ਭਾ ਨਹੀਂ ਰਹੀ। ਗੁਰੂ ਦੀ ਦਾਤ ਚੰਗੀ। ਹੁਣ ਗੁਰੂ ਦੀ ਦਾਤ ਇਹ ਸੀ, ਗੁਰੂ ਸਾਹਿਬ ਤੇ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਇੱਥੇ ਜਾਤਾਂ ਦੇ ਆਧਾਰ 'ਤੇ ਡੇਰੇ ਬਣ ਗਏ। ਇੱਥੇ ਫਲਾਣੀ ਜਾਤ ਵਾਲੇ ਨੂੰ ਅੰਮ੍ਰਿਤ ਵੱਖਰਾ ਛਕਾਇਆ ਜਾਂਦਾ, ਫਲਾਣੀ ਜਾਤ ਵਾਲੇ ਨੂੰ ਵੱਖਰਾ ਛਕਾਇਆ ਜਾਂਦਾ। ਇੱਥੇ ਬਰਤਨ ਵੀ ਜਾਤਾਂ ਦੇ ਆਧਾਰ ਦਿੱਤੇ ਜਾਂਦੇ ਨੇ। ਜੇ ਕਿਤੇ ਬਾਬਿਆਂ ਨੂੰ ਪਤਾ ਲੱਗ ਜਾਏ ਵੀ ਇਹ ਇਸ ਜਾਤ ਨਾਲ ਸੰਬੰਧ ਰੱਖਦਾ, ਉਹਦੇ ਹੱਥ ਦਾ ਪ੍ਰਸ਼ਾਦਾ ਛਕਣ ਨੂੰ ਤਿਆਰ ਨਹੀਂ। ਇਹਦਾ ਅਰਥ ਗੁਰੂ ਦੀ ਸਿੱਖਿਆ ਰੂਪੀ ਦਾਤ ਨਹੀਂ ਭਾ ਰਹੀ। ਤੇ ਸਾਡੇ ਸਮਾਜ 'ਚ ਅਸੀਂ ਤੇ ਉਹਨਾਂ ਨੂੰ ਨਿੰਦਕ ਕਹਿੰਦੇ ਆ ਗੁਰਦੁਆਰੇ ਨਹੀਂ ਜਾਂਦਾ, ਇਹ ਮੰਦਰ ਨਹੀਂ ਜਾਂਦਾ, ਇਹ ਪਾਠ ਨਹੀਂ ਕਰਦਾ, ਇਹ ਕਿਸੇ ਚਰਚ ਨਹੀਂ ਜਾਂਦਾ, ਇਹ ਕਿਸੇ ਧਰਮ ਕਰਮ ਨੂੰ ਨਹੀਂ ਨਿਭਾਉਂਦਾ, ਇਹਦੇ ਵਰਗਾ ਨਿੰਦਕ ਕੋਈ ਨਹੀਂ ਹੈ। ਬਾਣੀ ਆਂਦੀ ਨਾ, ਹੋ ਸਕਦਾ ਇਹਨੇ ਧਾਰਮਿਕ ਵਰਦੀ ਵੀ ਪੂਰੀ ਪਾਈ ਹੋਵੇ, ਧਾਰਮਿਕ ਚਿੰਨ੍ਹ ਵੀ ਪੂਰੇ ਧਾਰਨ ਕੀਤੇ ਹੋਣ, ਬਾਹਰੀ ਤੌਰ 'ਤੇ ਦਿਸਦਾ ਵੀ ਪੂਰਾ ਧਾਰਮਿਕ ਹੋਵੇ, ਪਰ ਜ਼ਰੂਰੀ ਨਹੀਂ ਇਹ ਬੰਦਾ ਨਿੰਦਕ ਨਹੀਂ ਹੋਏਗਾ। ਨਿੰਦਿਆ ਦੀ ਡੈਫੀਨੇਸ਼ਨ ਪਿਆਰੇ ਉਹ ਹੈ ਜਿਸ ਬੰਦੇ ਨੇ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਮੰਨਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰ ਦੀ ਬਾਣੀ ਉਹਨੂੰ ਸਭ ਤੋਂ ਵੱਡਾ ਨਿੰਦਕ ਕਹਿੰਦੀ ਹੈ। ਸਤਿਗੁਰ ਨੇ ਸਭ ਤੋਂ ਵੱਡਾ ਨਿੰਦਕ ਉਸ ਇਨਸਾਨ ਨੂੰ ਕਿਹਾ ਹੈ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਤੋਂ ਪਾਸਾ ਵੱਟ ਕੇ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਵਸਾਉਂਦਾ। ਤਾਂ ਸਾਹਿਬ ਜੀ ਇੱਥੇ ਬਖਸ਼ਿਸ਼ ਭਰਿਆ ਬਚਨ ਕਰਦੇ ਨੇ, ਇਹ ਕਨੇਹੀ ਦਾਤ, ਇਹ ਕਿਹੋ ਜਿਹੀ ਦਾਤ ਹੈ। ਹਜ਼ੂਰ ਕਹਿੰਦੇ ਨੇ ਆਪਸ 'ਤੇ ਜੋ ਪਾਈ ਹੈ। ਭਾਈ ਆ ਜਿਹਨੂੰ ਤੂੰ ਦਾਤ ਕਹਿਣਾ ਹੈ ਨਾ, ਆਪੇ ਤੀਰਥਾਂ 'ਤੇ ਇਸ਼ਨਾਨ ਕਰ ਆਉਣਾ ਹੈ, ਆਪੇ ਕਹਿੰਦਾ ਵੇਖੋ ਮਾਲਕ ਦੀ ਕਿੱਡੀ ਵੱਡੀ ਦਾਤ ਹੈ। ਸੰਗਰਾਂਦ 'ਤੇ ਕਿਸੇ ਡੇਰੇ ਦੀਆਂ ਪਰਿਕਰਮਾ ਕਰ ਆਇਆ, ਕਹਿੰਦਾ ਵੇਖ ਮਾਲਕ ਦੀ ਕਿੱਡੀ ਵੱਡੀ ਦਾਤ ਹੈ। ਇਹ ਕਾਹਦੀ ਦਾਤ ਹੈ ਜਿਹੜੀ ਤੂੰ ਆਪਣੇ ਆਪ ਨੂੰ ਆਪੇ ਹੀ ਧਰਮੀ ਹੋਣ ਦਾ ਪ੍ਰਮਾਣ ਪੱਤਰ ਦੇ ਕੇ ਬੈਠੇ? ਇਹ ਕਾਹਦੀ ਦਾਤ ਹੈ? ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ, ਦਾਤੀ ਸਾਹਿਬ ਸੰਧੀਆਂ। ਕਹਿਣਗੇ ਜਿੰਨੀਆਂ ਵੀ ਦਾਤਾਂ ਨੇ ਨਾ, ਇਹ ਮਾਲਕ ਦੀਆਂ ਆਪਣੀਆਂ ਨੇ, ਮਾਲਕ ਦੀਆਂ ਆਪਣੀਆਂ ਦਾਤਾਂ ਨੇ। ਦਾਤੀ ਸਾਹਿਬ ਸੰਧੀਆਂ। ਤੇ ਅੱਗੇ ਬਖਸ਼ਿਸ਼ ਭਰਿਆ ਬਚਨ ਕਰ ਰਹੇ ਨੇ, ਕਹਿੰਦੇ ਵੇਖੋ ਜਿੰਨੀਆਂ ਵੀ ਦਾਤਾਂ ਮਾਲਕ ਦੀਆਂ ਆਪਣੀਆਂ ਨੇ ਨਾ, ਉਹਨਾਂ ਦਾਤਾਂ ਦਾ ਜ਼ੋਰ ਉਹਦੇ ਗਾੜੀ ਕੀ ਚੱਲੇਗਾ, ਕਿਉਂਕਿ ਦਾਤਾਂ ਤੇ ਉਹਦੀਆਂ ਆਪਣੀਆਂ ਦਿੱਤੀਆਂ ਹੋਈਆਂ ਨੇ।
ਸਾਰੀਆਂ ਦਾਤਾਂ ਦੇ ਮਾਲਕ ਤੇ ਖੁਦ ਆਪ ਹੈ। ਬਹੁਤੀ ਵਾਰੀ ਨਾ ਸਾਡਾ ਸਮਾਜ ਉਹਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਹੀ ਉਹਦੇ ਗਾੜੀ ਅੱਗੇ ਰੱਖ ਕੇ ਆਪਣੇ ਆਪ ਨੂੰ ਵੱਡਾ ਹੋਣ ਦੀ ਕੋਸ਼ਿਸ਼ ਕਰਦਾ। ਇਹਦੇ ਵਰਗਾ ਦਾਨ ਕਈਆਂ ਗੁਰਦੁਆਰਿਆਂ 'ਚ ਅੱਜ ਵੀ ਅਨਾਉਂਸਮੈਂਟਾਂ ਇੱਦਾਂ ਦੀਆਂ ਹੁੰਦੀਆਂ, ਫਲਾਣੇ ਬੰਦੇ ਨੇ ਆ ਵੇਖੋ ਸੰਗਰਾਂਦਾਂ ਤੇ ਆਮ ਸ਼ਬਦ ਬੋਲੇ ਜਾਂਦਾ, ਫਲਾਣੇ ਬੰਦੇ ਨੇ 101 ਰੁਪਈਆ ਗੁਰੂ ਘਰ ਨੂੰ ਦਾਨ ਦਿੱਤਾ। ਸਵਾਲ ਇਹ ਪੈਦਾ ਹੁੰਦਾ ਵੀ ਕੀ ਕੋਈ ਬੰਦਾ 100 200 1000 ਰੁਪਈਆ, ਮੈਂ ਕਹਿੰਦਾ ਲੱਖ ਵੀ ਦੇ ਦੇਵੇ, ਕੋਈ ਬੰਦਾ ਦਾਨੀ ਹੋ ਸਕਦਾ? ਅਸੀਂ ਤਾਂ ਭਿਖਾਰੀ ਹਾਂ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਪਹਿਲੀ ਗੱਲ ਤਾਂ ਦਾਨ ਸ਼ਬਦ ਸਾਡਾ ਹੈ ਹੀ ਨਹੀਂ, ਇਹ ਸਾਡੇ 'ਚ ਪਾਇਆ ਗਿਆ ਹੈ। ਦਾਨ ਦਾਤਾ ਕਰਦਾ ਹੈ ਤੇ ਦਾਤਾ ਇੱਕੋ ਹੀ, ਜਗਤ ਭਿਖਾਰੀ ਫਿਰਤੇ ਸਭ ਕੋ ਦਾਤਾ ਰਾਮ। ਤੋ ਇੱਥੇ ਸ਼ਬਦ ਵਰਤਿਆ ਦਾਤੀ ਸਾਹਿਬ ਸੰਦੀਆਂ, ਸਾਰੀਆਂ ਦਾਤਾਂ ਮਾਲਕ ਦੀਆਂ ਆਪਣੀਆਂ ਨੇ। ਅੱਗੇ ਕਹਿੰਦੇ ਨੇ ਕਿਆ ਚੱਲੇ ਤਿਸ ਨਾਲ, ਜਦੋਂ ਦਾਤਾਂ ਉਹਦੀਆਂ ਨੇ ਉਹਦੇ ਗਾੜੀ ਦਾਤਾਂ ਦਾ ਜ਼ੋਰ ਕਿੱਦਾਂ ਚੱਲੂਗਾ? ਕੋਈ ਦਾਤਾਂ ਦੇ ਜ਼ੋਰ ਨਾਲ ਸਚਿਆਰਾ ਕਿੱਦਾਂ ਬਣ ਜਾਏਗਾ? ਸਚਿਆਰਾ ਬਣਨ ਵਾਸਤੇ ਤੇ ਗੁਰ ਕੀ ਦਾਤ ਪਾਉਣੀ ਪੈਣੀ ਹੈ, ਗੁਰੂ ਦੀ ਦਾਤ ਚੰਗੀ ਲੱਗੇਗੀ ਤੇ ਤੂੰ ਆਪਣੀ ਜ਼ਿੰਦਗੀ 'ਚ ਸਚਿਆਰਾ ਬਣ ਸਕਦਾ ਹੈ। ਪਾਤਸ਼ਾਹ ਕੀ ਕਹਿੰਦੇ ਨੇ, ਇੱਕ ਜਗੰਦੇ ਨਾ ਲਹਨ, ਇੱਕ ਉਹ ਨੇ ਜਿਹੜੇ ਜਾਗਦੇ ਨੇ। ਨਾ ਲਹਨ ਦਾ ਅਰਥ ਹੈ ਉਹ ਕਦੀ ਵੀ ਦਾਤਾਂ ਦਾ ਜ਼ੋਰ ਨਹੀਂ ਪਾਉਂਦੇ, ਵੀ ਦਾਤਾਂ ਦੇ ਬਲ ਬੂਤੇ ਤੇ ਉਹ ਸਚਿਆਰਾ ਬਣਨ ਦੀ ਕੋਸ਼ਿਸ਼ ਨਹੀਂ ਕਰਦੇ। ਕਹਿੰਦੇ ਵੇਖੋ ਦਾਤਾਂ ਉਹਦੀਆਂ ਦਿੱਤੀਆਂ ਨੇ, ਦਾਤਾਂ ਕਰਕੇ ਸਚਿਆਰਾ ਨਹੀਂ ਬਣਨਾ। ਮੈਨੂੰ ਗੁਰੂ ਦੀ ਦਾਤ ਚੰਗੀ ਲੱਗਦੀ, ਇਸ ਕਰਕੇ ਮੈਂ ਜਾਗਦਾ। ਮੈਂ ਜਾਗਦਾ ਹਾਂ ਤਾਂ ਗੁਰੂ ਦੀ ਸਿੱਖਿਆ ਲਈ ਹੈ, ਮੈਂ ਸਿੱਖਿਆ ਲਈ ਹੈ ਮੈਂ ਤਾਂ ਜਾਗਦਾ ਹਾਂ। ਆ ਗੱਲਾਂ ਦੋਵੇਂ ਆਪਸ ਵਿੱਚ ਮਿਲੀਆਂ ਨੇ। ਮੈਂ ਗੁਰੂ ਦੀ ਸਿੱਖਿਆ ਲਈ ਹੈ ਮੈਂ ਤਾਂ ਜਾਗਦਾ ਹਾਂ, ਮੈਂ ਜਾਗਦਾ ਹਾਂ ਤਾਂ ਗੁਰੂ ਦੀ ਸਿੱਖਿਆ ਲਈ ਹੈ। ਜਿਵੇਂ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ, ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ। ਜਿਵੇਂ ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੇਂ ਪਾਇਆ। ਜਦੋਂ ਆਪਾਂ ਪੜ੍ਹਦੇ ਹਾਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡੇ ਭਾਗ ਕਦੋਂ? ਭੇਟੇ ਗੁਰਦੇਵਾ। ਜਦੋਂ ਮੈਂ ਭੇਟ ਲਿਆ ਗੁਰੂ ਦੇਵੇ ਨੂੰ, ਗੁਰੂ ਨਾਲ ਜੁੜ ਗਿਆ, ਗੁਰੂ ਦੀ ਦਾਤ ਮੈਨੂੰ ਭਾ ਗਈ, ਮੇਰੇ ਭਾਗ ਵੱਡੇ ਹੋ ਗਏ, ਮੈਂ ਜਾਗ ਪਿਆ। ਇੱਕ ਜਗੰਦੇ ਨਾਲ ਹਨ। ਇੱਕ ਜਗੰਦੇ ਨਾਲ ਹਨ ਦਾ ਅਰਥ ਹੈ ਜਿਹੜੇ ਜਾਗ ਗਏ, ਜਿਹੜੇ ਜਾਗਦੇ ਸੀ। ਕਿਹੜੇ ਜਾਗਦੇ ਸੀ? ਜਿਨ੍ਹਾਂ ਨੂੰ ਗੁਰੂ ਦੀ ਦਾਤ ਭਾ ਗਈ। ਐ ਜੀ ਗੁਰ ਕੀ ਦਾਤ ਨਾ ਮਿਟਾ ਕੋਈ, ਜਿਹਨਾਂ ਨੂੰ ਸਮਝ ਆ ਗਈ ਵੀ ਇਹ ਗੁਰੂ ਦੀ ਦਾਤ ਨੂੰ ਕੋਈ ਨਹੀਂ ਮਿਟਾ ਸਕਦਾ, ਕਿਉਂਕਿ ਮੇਰੇ ਠਾਕੁਰ ਆਪ ਦਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਜਿਨ੍ਹਾਂ ਨੂੰ ਗੁਰੂ ਦੀ ਦਾਤ ਭਾ ਗਈ, ਫਿਰ ਉਹ ਕੌਣ ਨੇ? ਇੱਕ ਜਗੰਦੇ, ਉਹ ਜਾਗ ਪਏ, ਸੁਰਤ ਕਰਕੇ ਸੁਚੇਤ ਹੋ ਗਏ। ਤੇ ਫਿਰ ਜਿਹੜਾ ਜਾਗਿਆ ਹੋਇਆ ਨਾ, ਉਹ ਕੀ ਕਰਦਾ? ਇੱਕ ਜਗੰਦੇ ਨਾ ਲਹਨ। ਲਹਨ ਦਾ ਅਰਥ ਕੀ ਹੈ? ਉਹ ਦਾਤਾਂ ਦੇ ਜ਼ੋਰ ਸਦਕਾ ਸੱਚੇ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਦਾਤ ਨੂੰ ਆਪਣੀ ਜ਼ਿੰਦਗੀ 'ਚ ਵਸਾ ਕੇ, ਸਿੱਖਿਆ ਰੂਪੀ ਦਾਤ ਨੂੰ ਜ਼ਿੰਦਗੀ 'ਚ ਵਸਾ ਕੇ ਕਹਿੰਦੇ ਨੇ ਮਾਲਕਾ ਦਾਤਾਂ ਤੇ ਤੇਰੀਆਂ ਦਿੱਤੀਆਂ ਹੋਈਆਂ ਸੀ। ਪਰ ਮਾਲਕ ਵਿੱਚ ਇੱਕ ਕਲਾ ਹੈ। ਇੱਕ ਨਾ ਸੁੱਤਿਆਂ ਦੇ ਉਠਾਲ। ਸੁੱਤਿਆਂ ਦੇ ਉਠਾਲ ਦਾ ਅਰਥ ਹੈ ਜਿਹੜੇ ਮਨ ਕਰਕੇ ਸੁੱਤੇ ਹੋਏ ਸੀ ਉਹਨਾਂ ਨੂੰ ਵੀ ਉਠਾਉਣ ਦੀ ਤਾਕਤ ਗੁਰੂ ਦੀ ਸਿੱਖਿਆ ਰੱਖਦੀ ਹੈ, ਬਾਸ਼ਰਤ ਕੋਈ ਉੱਠਣਾ ਚਾਹੇ ਤਾਂ। ਪਰ ਜਿਹੜਾ ਢੀਠ ਹੋਏਗਾ, ਜਿਹਨੇ ਘੇਸਲ ਮਾਰੀ ਹੋਏਗੀ, ਉਹਨੂੰ ਪਿਆਰੇ ਉਠਾਉਣਾ ਬੜਾ ਔਖਾ ਹੁੰਦਾ। ਲੱਗਦਾ ਅੱਜ ਸਿੱਖ ਕੌਮ ਦੇ ਬੜੇ ਵੱਡੇ ਹਿੱਸੇ ਨੇ ਘੇਸਲ ਮਾਰੀ ਹੈ। ਪਤਾ ਸਾਰਾ ਹੈ, ਕਿਹਨੂੰ ਨਹੀਂ ਪਤਾ ਨਸ਼ੇ ਪੀਣੇ ਮਾੜੇ ਨੇ, ਕਿਹਨੂੰ ਨਹੀਂ? ਕਈਆਂ ਨੂੰ ਸਾਰਾ ਪਤਾ ਹੈ ਵੀ ਇਸ ਬਾਬੇ 'ਚ ਕੱਖ ਨਹੀਂ ਹੈਗਾ, ਤੁਰੇ ਫਿਰਦੇ ਨੇ, ਫਿਰ ਵੀ ਲੋਕ ਘੇਸਲ ਮਾਰ ਕੇ ਉਹ ਕਰਮ ਕਾਂਡ, ਉਹ ਵਹਿਮ ਜ਼ਿੰਦਗੀ 'ਚ ਕਰੀ ਜਾ ਰਹੇ ਨੇ। ਤੋ ਸਾਹਿਬ ਨੇ ਕਿੰਨੇ ਪਿਆਰੇ ਇੱਥੇ ਬਚਨ ਕਹੇ ਨੇ, ਇਹ ਕਿਨੇ ਹੀ ਦਾਤ। ਬੜਾ ਵੱਡਾ ਕੁਐਸਚਨ ਹੈ ਪਿਆਰਿਓ, ਬੜਾ ਵੱਡਾ ਸਵਾਲ ਹੈ, ਇਹ ਕਿਨੇ ਹੀ ਦਾਤ। ਮੈਂ ਕਈ ਵਾਰੀ ਮਹਿਸੂਸ ਕਰਦਾ ਗੁਰੂ ਅੰਗਦ ਸਾਹਿਬ ਦੇ ਇਹਨਾਂ ਸਲੋਕਾਂ ਵਿੱਚੋਂ ਉਹਨਾਂ ਦੀ ਜ਼ਿੰਦਗੀ ਦੀ ਬੜੀ ਵੱਡੀ ਸੱਚਾਈ ਪ੍ਰਗਟ ਹੁੰਦੀ ਹੈ। ਕਦੀ ਕਦੀ ਉਹ ਵੀ ਵੈਸ਼ਨੋ ਦੇਵੀ ਦੇ ਘੁੰਗਰੂ ਬਣ ਕੇ ਜਦੋਂ ਨੱਚਦੇ, ਜਾ ਕੇ ਉੱਥੇ ਪੂਜਾ ਕਰਦੇ, ਉਹ ਵੀ ਕਹਿੰਦੇ ਨੇ ਵੇਖੋ ਕਿੱਡੀ ਵੱਡੀ ਭਗਵਾਨ ਦੀ ਦਾਤ ਹੈ, ਮੈਂ ਇੱਥੇ ਕਰਮ ਨਿਭਾ ਰਿਹਾ। ਕਹਿੰਦੇ ਕਾਹਦੀ ਦਾਤ ਹੈ? ਆਪੇ ਕਰਮ ਕਾਂਡ ਕਰੀ ਜਾਂਦੇ ਹੋ, ਆਪੇ ਕਰਮ ਕਾਂਡ ਨੂੰ ਦਾਤਾਂ ਕਹੀ ਜਾਂਦੇ ਹੋ। ਦਾਤ ਤੇ ਉਹ ਹੈ ਜਿਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਸਚਿਆਰਾ ਪੱਖ ਜ਼ਾਹਰ ਹੋਵੇ। ਇਹ ਕਿਨੇ ਹੀ ਦਾਤ? ਕਹਿੰਦੇ ਆਪਸ ਤੇ ਜੋ ਪਾਈ ਹੈ, ਆਪੇ ਇਸ਼ਨਾਨ ਕਰ ਲਿਆ, ਆਪੇ ਕਹਤਾ ਬੜੀ ਰੱਬ ਦੀ ਵੱਡੀ ਦਾਤ ਹੋਈ, ਰੱਬ ਨੇ ਮਿਹਰ ਕਰਤੀ। ਯਾਨੀ ਕਿ ਦੋ ਭਰਾ ਨੇ, ਇੱਕ ਭਰਾ ਸੰਗਰਾਂਦ ਵਾਲੇ ਦਿਨ ਕਿਸੇ ਤੀਰਥ ਸਥਾਨ 'ਤੇ ਮੱਥਾ ਟੇਕ ਆਇਆ, ਇਸ਼ਨਾਨ ਕਰ ਆਇਆ, ਉਹ ਕਹਿੰਦਾ ਰੱਬ ਦੀ ਦਾਤ ਹੈ। ਦੂਜਾ ਘਰ ਪੱਠੇ ਪਾ ਰਿਹਾ, ਘਰ ਖੇਤਾਂ 'ਚ ਕੰਮ ਕਰ ਰਿਹਾ, ਆਪਣੀ ਦੁਕਾਨ ਖੋਲ੍ਹ ਕੇ ਬੈਠਾ ਹੈ, ਆਪਣੀ ਫੈਕਟਰੀ ਗਿਆ ਹੈ, ਉਹਦੇ ਮੁਤਾਬਕ ਉਹ ਕਹਿੰਦਾ ਲੈ ਇਹ ਤਾਂ ਪਰਿਵਾਰ ਜੋਗਾ ਰਹਿ ਗਿਆ, ਮੈਂ ਵੇਖ ਲਾ ਧਰਮ ਕਰਮ ਕਿੱਡਾ ਵੱਡਾ ਨਿਭਾਇਆ। ਪਿਆਰਿਆ ਨਹੀਂ, ਇਹ ਗੱਲ ਨਹੀਂ ਹੈਗੀ। ਤੂੰ ਕਰਮ ਕਾਂਡਾਂ ਨੂੰ ਦਾਤ ਕਹਿ ਰਿਹਾ, ਅਤੇ ਕਰਮ ਕਾਂਡ ਨਿਭਾਉਣ ਵਾਲਿਆਂ ਨੂੰ ਬਾਣੀ ਕੀ ਆਂਦੀ ਹੈ? ਪੂਜਾ ਵਰਤ, ਪੂਜਾ ਵੀ ਕਰ ਲਈ, ਵਰਤ ਵੀ ਰੱਖ ਲੈ, ਤਿਲਕ ਮੱਥੇ 'ਤੇ ਤਿਲਕ ਵੀ ਲਾ ਲੈ, ਪੂਜਾ ਵਰਤ ਤਿਲਕ ਇਸ਼ਨਾਨ ਵੀ ਕਰ ਲੈ, ਪੁੰਨ ਦਾਨ ਬਹੁ ਦੇਨ, ਦਾਨ ਪੁੰਨ ਵੀ ਬੜੇ ਕਰ ਲੈ, ਪਰ ਕਹੂੰ ਨਾ ਭੀਜੈ।
ਸੰਜਮ ਸੁਆਮੀ ਬੋਲੇ ਮੀਠੇ ਬੈਨ। ਕਹਿਣਗੇ ਇਹ ਬਾਹਰ ਦੇ ਸਰੀਰ ਦੇ ਤਲ ਉੱਪਰ ਕੀਤੇ ਹੋਏ ਕਰਮਕਾਂਡਾਂ ਨਾਲ ਮਾਲਕ ਨੇ ਤੇਰੇ ਤੇ ਪ੍ਰਸੰਨ ਹੋਣਾ। ਵਾਸਤਵ 'ਚ ਮਾਲਕ ਦੀ ਉਸ ਸੱਚ ਦੀ ਪ੍ਰਸੰਨਤਾ ਹੀ ਮੇਰੇ ਵਾਸਤੇ ਸਭ ਤੋਂ ਵੱਡੀ ਬਖਸ਼ਿਸ਼ ਤੇ ਕਰਾਮਾਤ ਹੈ। ਆਪਾਂ ਅਗਲੀ ਤੁਕ ਵਿੱਚ ਪੜ੍ਹਦੇ ਹਾਂ ਨਾ, ਨਾਨਕ ਸਾ ਕਰਾਮਾਤ ਹੈ। हे ਨਾਨਕ, ਸਭ ਤੋਂ ਵੱਡੀ ਕਰਾਮਾਤ, ਸਭ ਤੋਂ ਵੱਡੀ ਬਖਸ਼ਿਸ਼ ਪਤਾ ਕੀ ਹੈ? ਸਾਹਿਬ ਤੁਠੈ। ਕਹਿ ਲਗੇ ਸਾਹਿਬ ਤੁਠੈ ਜੋ ਮਿਲੈ। ਜਦੋਂ ਸਾਹਿਬ ਟੁੱਟ ਪਵੇ ਤੇ ਸਾਹਿਬ ਦਾ ਟੁੱਟਣਾ ਹੀ ਮੇਰੇ ਵਾਸਤੇ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਤੇ ਸਭ ਤੋਂ ਵੱਡੀ ਇਹ ਦਾਤ ਹੈ। ਹੁਣ ਸਾਹਿਬ ਕਦੋਂ ਤੋਂ ਉੱਠਦਾ ਭਲਾ? ਜਦੋਂ ਸਾਹਿਬ ਮੁਤਾਬਕ ਤੁਰੀਏ। ਕੋਈ ਕੰਟਰੀ ਉੱਥੋਂ ਦੇ ਸਿਟੀਜ਼ਨ 'ਤੇ ਖੁਸ਼ ਕਦੋਂ ਹੁੰਦੀ ਹੈ? ਜਦੋਂ ਉਹ ਕੰਟਰੀ ਦੇ ਕਾਨੂੰਨ ਦੀ ਪਾਲਣਾ ਕਰਦਾ, ਨਿਯਮਾਂ ਦੀ ਪਾਲਣਾ ਕਰਦਾ। ਉਹ ਕਹਿੰਦਾ ਬਹੁਤ ਵਧੀਆ ਸਿਟੀਜ਼ਨ ਹੈ। ਇੱਦਾਂ ਹੀ ਇਹ ਸੰਸਾਰ ਇੱਕ ਸੋਹਣਾ ਜਿਹਾ ਦੇਸ਼ ਹੈ। ਇੱਥੋਂ ਦਾ ਇੱਕ ਰਾਜਾ ਜਿਹਨੂੰ ਬਾਣੀ 'ਚ ਇਹ ਲਿਖਿਆ, ਕਉ ਹਰ ਸਮਾਨੀ ਰਾਜਾ। ਜਿਹੜਾ ਉਸ ਕਉ ਹਰ ਸਮਾਨੀ ਰਾਜਾ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ ਤੇ ਫਿਰ ਮਾਲਕ ਖੁਸ਼ ਹੁੰਦਾ ਹੈ। ਕਹਿੰਦੇ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਸਭ ਤੋਂ ਵੱਡੀ ਦਾਤ ਹੈ। ਜਿਹਨੂੰ ਨਹੀਂ ਪਾਉਂਦੀ ਉਹ ਦੁਖੀ ਹੁੰਦਾ। ਹੁਣ ਆਪਾਂ ਧਿਆਨ ਨਾਲ ਸੁਣਿਆ ਇਸ ਗੱਲ ਨੂੰ। ਜਿਹੜਾ ਆਪਾਂ ਬਚਨ ਪੜ੍ਹਿਆ ਸੀ ਕਿ ਜਿਨ ਗੁਰ ਕੀ ਦਾਤ ਨਾ ਪਾਈ, ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਕਿਸੇ ਕੰਟਰੀ ਵਿੱਚ ਉੱਥੋਂ ਦਾ ਵਧੀਆ ਸਿਟੀਜ਼ਨ ਬਣਨ ਲਈ ਉੱਥੋਂ ਦੇ ਕਾਨੂੰਨ ਜਿਸ ਬੰਦੇ ਨੂੰ ਭਾਉਂਦੇ ਨਹੀਂ, ਚੰਗੇ ਨਹੀਂ ਲੱਗਦੇ, ਉਹ ਕਹਿੰਦਾ ਮੈਂ ਕਾਨੂੰਨ ਦੀ ਪਰਵਾਹ ਨਹੀਂ ਕਰਦਾ। ਉਸ ਕੰਟਰੀ ਦੇ ਕਾਨੂੰਨ ਮੁਤਾਬਕ ਉਹਦਾ ਮੂੰਹ ਕਾਲਾ ਹੁੰਦਾ ਨਾ। ਅਗਲੇ ਕਹਿੰਦੇ ਜੇ ਤੈਨੂੰ ਚੰਗਾ ਨਾ ਲੱਗਦਾ ਸਾਡੇ ਦੇਸ਼ ਦਾ ਕਾਨੂੰਨ, ਚੱਲ ਤੇਰੇ ਲਈ ਜੇਲ੍ਹ ਬਣੀ। ਫਿਰ ਇੱਥੇ ਇਸ ਦੇਸ਼ ਵਿੱਚ ਕਾਲਜ ਵੀ ਹੈਗੇ ਆ, ਯੂਨੀਵਰਸਿਟੀਆਂ ਵੀ ਹੈਗੀਆਂ ਵਾ, ਇੱਥੇ ਬਹੁਤ ਵਧੀਆ ਰੈਸਟੋਰੈਂਟ ਵੀ ਹੈਗੇ ਆ। ਤੂੰ ਆਪਣੇ ਪਰਿਵਾਰ ਸਮੇਤ ਜਾ ਕੇ ਖਾਣਾ ਵੀ ਖਾ ਸਕਦਾ ਹੈ, ਫਲਾਣੇ ਥਾਂ 'ਤੇ ਘੁੰਮਣ ਵੀ ਜਾ ਸਕਦਾ ਹੈ। ਪਰ ਜਦੋਂ ਤੈਨੂੰ ਸਾਡੇ ਦੇਸ਼ ਦਾ ਕਾਨੂੰਨ ਭਾਉਂਦਾ ਨਹੀਂ ਤਾਂ ਤੇਰੇ ਲਈ ਜੇਲ੍ਹ ਵੀ ਬਣੀ। ਹੁਣ ਤੇਰੀ 50 ਸਾਲ ਉਮਰ ਹੈ, 20 ਸਾਲ ਤੈਨੂੰ ਜੇਲ੍ਹ ਰਹਿਣਾ ਪੈਣਾ, ਬਸ ਤੇਰੀ ਹੁਣ ਸਾਰੀ ਜ਼ਿੰਦਗੀ ਉੱਥੇ ਹੀ ਰਹੇਗੀ। ਕੌਣ ਨੇ? ਜਿਨ੍ਹਾਂ ਨੂੰ ਆਪਣੇ ਉਸ ਦੇਸ਼ ਦਾ ਕਾਨੂੰਨ ਚੰਗਾ ਨਹੀਂ ਲੱਗਦਾ। ਇੱਦਾਂ ਹੀ ਇਹ ਸੰਸਾਰ ਇੱਕ ਸੋਹਣਾ ਜਿਹਾ ਦੇਸ਼ ਹੈ। ਉਸ ਦੇਸ਼ ਦਾ ਮਾਲਕ ਪ੍ਰਮਾਤਮਾ ਵਾਹਿਗੁਰੂ ਜਿਹੜਾ ਸਰਵ ਵਿਆਪਕ ਹੈ। ਤੇ ਇਸੇ ਨੂੰ ਭਗਤ ਰਵਿਦਾਸ ਜੀ ਨੇ ਆਖਿਆ ਸੀ ਨਾ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਬੇਗਮਪੁਰਾ ਜਿੱਥੇ ਕੋਈ ਗਮ ਨਹੀਂ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ ਸ਼ਹਿਰ ਕੋ ਨਾਉ। ਦੁਖ ਅੰਦੋ ਨਹੀਂ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਥਾ ਨਾ ਤਰਸ ਜਿਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਫਿਰ ਕਹਿੰਦੇ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ। त्यों त्यों सैल करें जो भावै, महरम महल न को अटकावै। कह रविदास खलास चमारा, जो हम शहरी सो मीत हमारा। तो उस शहर का वासी किदां बनिया जाना ਜਦੋਂ तू मालिक की प्रसन्नता का पात्र बनेगा। प्यारिओ, ये बहुत प्यारे सलोक ने। जे इन्हां सलोकां नूं ध्यान नाल समझ लईए, 474 नंबर अंक ते गुरु अंगद साहिब जी का यह पावन सलोक, जिहदे विच आपां बड़े प्यार नाल समझे एक कनेही दात, एक इहो जी दात है आपस ते जो पाई है। जिवें मरीज डॉक्टर को जाता है, उन्होंने रोग लगा है, बीमार है मरीज। हुण कई बारी मरीज कहता डॉक्टर साहब हुण दवाई बस, मैं तो ठीक हो गया। कहता ना ना ना, रिपोर्ट तेरी करवाई है, रिपोर्ट मुताबक अजे तेनों 3 महीने मैडिसन होर खानी पैनी है। पर मरीज अपने आप कही जाए मैं तो ठीक होण जी। कहना ना ना ना, तेनों बाहरों ठीक लगता है, पर मैनू पता अजे तेरे अंदर रोग हैगा। कई बारी साल साल 2-2 साल तो कई इहो जी मैडिसन होंदी जिहड़ी उम्र भर भी कई बारी मरीज नूं खानी पैंदी है। बीमारियां ऐसियां होंदियां ने, मरीज अपने आप कहे मैं ठीक हो गया। ना ना ना, ये तो डॉक्टर कहेगा कि ना भाई ये नहीं। अजे हो सकता दुनियावी डॉक्टर कई बारी हो सकता अपना क्लीनिक चलाउण दियां मारियां, अपना बिल बनाउण दियां मारियां हो सकता झूठ भी अपने कोलों कह देवे। पर जिहड़ा गुरु वैद है ना, मेरा वैद गुरु गोबिंदा, हर हर नाम औ खुद मुख देवे, काटे जम की फंदा। ये वैद झूठ नहीं बोलता, क्योंकि इन्हें झूठी दुकान ते चलाउणी नहीं। वो तो सच कहेगा प्यारिया। वेख अपने आप ना कही जाई, तू तो तीर्थां ते नहाउण नूं भी अपने आप नूं कही जाना वेख मालक दी किड्डी वड्डी दात है। ना 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 ना, इत्थे बड़े तीर्थां ते नहाउण वाले भरम पाल के बैठे ने। इत्थे तां कह दिता भी नहाउण को तीर्थ कने, पूजन को बहुते, कहो कबीर छूटन नहीं मन बौरा रे, छूटन हर की से। बड़े तीर्थ स्थान ही इत्थे पूजन लई बड़े देवी देवते ने। इत्थे तां देवी देवतियां दी पूजा करन वाले, तीर्थां ते इशनान करन वाले भी ये भरम पाल के बैठे सी। ये किहड़ी दात है जिहड़ी दात दा तूं ये भरम पाल के बैठा है? ये
ਸਰੀਰ ਦੇ ਤਾਲੁਕ ਕੀਤੇ ਹੋਏ ਕਰਮ ਕਾਂਡਾਂ ਨਾਲ ਤੂੰ ਸਚਿਆਰਾ ਨਹੀਂ ਬਣ ਸਕਦਾ। ਸਚਿਆਰਾ ਬਣਨ ਵਾਸਤੇ ਉਹਦੇ ਰਸਤੇ ਤੇ ਤੁਰਨਾ ਪੈਣਾ। ਇਹ ਕਨੇਹੀ ਦਾਤ, ਇਹ ਕਿਹੋ ਜਿਹੀ ਦਾਤ ਹੈ ਆਪਸ ਤੇ ਜੋ ਪਾਈ ਹੈ, ਜਿਹੜਾ ਸਰੀਰ ਦੇ ਤਲ ਉੱਪਰ ਆਪੇ ਹੀ ਕਰਮ ਕਾਂਡ ਕਰਕੇ ਤੇ ਆਪਣੇ ਆਪ ਨੂੰ ਧਰਮੀ ਹੋਣ ਦਾ ਤੂੰ ਪ੍ਰਮਾਣ ਪੱਤਰ ਦੇ ਕੇ ਬੈਠਾ ਹੈ। ਕਹਿੰਦੇ ਅਸਲੀ ਪਤਾ ਕਿਹੜੀ ਦਾਤ ਹੈ? ਨਾਨਕ ਸਾ ਕਰਾਮਾਤ। ਹੇ ਨਾਨਕ, ਆ ਹੈ ਅਸਲੀ ਬਖਸ਼ਿਸ਼। ਸਾਹਿਬ ਤੁਠੈ ਜੋ ਮਿਲੇ। ਜਦੋਂ ਸਾਹਿਬ ਤੁਠੈ ਤੇ ਸਾਹਿਬ ਕਦੋਂ ਤੁੱਠਦਾ? ਫਿਰ ਉਹ ਇਦਾਂ ਤੁੱਠਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਕੰਡੀਸ਼ਨ ਹੈ ਸਤਿਗੁਰ ਨਦਰ ਕਰੇ, ਸਤਿਗੁਰ ਦੀ ਨਜ਼ਰ ਦਾ ਪਾਤਰ ਬਣ ਜਾਣਾ ਹੀ ਮੇਰੇ ਲਈ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਨੇ। ਨਿਮਖ ਏਕ ਹਰਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਤੋ ਪਿਆਰਿਓ, ਕਿੰਨੇ ਪਿਆਰੇ ਬਚਨ ਕਹਿ ਸਤਿਗੁਰੂ ਨੇ। ਨਾ ਤੂੰ ਆਵੇਂ ਵਸ ਬਹੁਤ ਕਢਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਹਿਣ ਲੱਗੇ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਕਹਿੰਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਨਾ ਤੂੰ ਆਵੇਂ ਵਸ ਬਹੁਤ ਕਢਾਵਣੇ। ਕਢਾਵਣੇ ਕਹਿੰਦੇ ਤਰਲੇ। ਅੱਜ ਤਰਲੇ ਹੀ ਲੈ ਰਿਹਾ ਬੰਦਾ। ਜ਼ਿੰਦਗੀ 'ਚ ਸਚਿਆਰਾ ਬਣਨ ਵਾਲੀ ਦਾਤ ਨਹੀਂ ਇਹਨੂੰ ਭਾ ਰਹੀ। ਕਦੀ ਪੂਜਾ ਕਰਦਾ, ਮੀਂਹ ਨਾ ਪਵੇ ਤਾਂ ਪੂਜਾ, ਮੀਂਹ ਜ਼ਿਆਦਾ ਪਵੇ ਤਾਂ ਪੂਜਾ, ਪੁੱਤਰ ਨਾ ਹੋਵੇ ਤਾਂ ਪੂਜਾ, ਪੁੱਤਰ ਆਖੇ ਲੱਗਦਾ ਤਾਂ ਪੂਜਾ, ਪੁੱਤਰ ਵਿਆਹ ਨਹੀਂ ਜਾਂਦਾ ਤਾਂ ਪੂਜਾ, ਪੁੱਤਰ ਦਾ ਘਰ 'ਚ ਫੇਰ ਗਾੜੀ, ਪੁੱਤਰ ਦੇ ਗਾੜੀ ਬੱਚਾ ਨਹੀਂ ਹੋ ਰਿਹਾ ਤਾਂ ਪੂਜਾ। ਤਰਲੇ ਨਹੀਂ ਲੈ ਰਿਹਾ। ਤੇ ਜੇ ਸਿੱਧਾ ਸਚਿਆਰਾ ਬਣ ਜਾਏ ਫਿਰ ਮੋਥਾਜ ਤਾਂ ਨਾ ਹੋਵੇ ਤੂੰ ਇਹਨਾਂ ਚੀਜ਼ਾਂ ਦਾ। ਨਾ ਤੂੰ ਆਵੇਂ ਵਸ ਬਹੁਤ ਕਢਾਵਣੇ। ਕਢਾਵਣੇ ਕਹਿੰਦੇ ਤਰਲੇ ਲਿਆ। ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਇੱਥੇ ਵਸ ਦਾ ਅਰਥ ਕੀ ਹੈ? ਤੂੰ ਨਹੀਂ ਵਸਦਾ, ਤੂੰ ਨਹੀਂ ਪ੍ਰਗਟ ਹੁੰਦਾ। ਤਰਲੇ ਲਿਆ, ਤਰਲੇ ਲੈ ਰਿਹਾ ਬੰਦਾ ਅੱਜ। ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਧਾਰਮਿਕ ਗ੍ਰੰਥ ਪੜ੍ਹੀ ਜਾ। ਇਹ ਬਾਹਰੀ ਤੌਰ 'ਤੇ ਧਾਰਮਿਕ ਗ੍ਰੰਥ ਪੜ੍ਹਨ ਨਾਲ ਤੂੰ ਹਿਰਦੇ 'ਚ ਕਿਤੇ ਵਸ ਥੋੜ੍ਹਾ ਜਾਣਾ, ਪ੍ਰਗਟ ਥੋੜ੍ਹਾ ਹੋ ਜਾਣਾ। ਕਿਉਂਕਿ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਕਹਿ ਦਿੱਤਾ, ਨਿਵਲ ਭਿਅੰਗਮ ਸਾਧੇ ਕਹਿ ਦਿੱਤਾ ਮਹਾਰਾਜ ਨੇ। ਨਾ ਤੂੰ ਆਵੇਂ ਵਸ ਤੀਰਥ ਨਹਾਈਏ। ਬੜੇ ਲੋਕ ਤੀਰਥਾਂ 'ਤੇ ਨਹਾਉਣ ਵਾਲੇ ਨੇ। ਇੱਥੇ ਇੱਕ ਤੀਰਥ ਸਥਾਨ ਹੈ, ਕਿਤੇ ਇੱਥੇ 68 ਤੀਰਥ ਸਥਾਨ ਅਗਲੇ ਨੇ ਇਹੋ ਜਿਹੇ ਘੜੇ ਵੀ ਆ ਜਾਓ ਨਹਾਈ ਜਾਓ, ਪੂਜਾ ਕਰੀ ਜਾਓ ਤੇ ਤੁਸੀਂ, ਇਹ ਵੀ ਰੱਬ ਦੀ ਦਾਤ ਹੈ। ਕਹਿੰਦੇ ਨਾ, ਨਾ ਤੂੰ ਆਵੇਂ ਵਸ। ਕਹਿਣ ਲੱਗੇ ਕਿਤੇ ਸਿਆਣਪ ਹੈ। ਮਨ ਦੀਆਂ ਚਲਾਕੀਆਂ ਨਾਲ ਕਿਤੇ ਤੂੰ ਆਪਣੀ ਜ਼ਿੰਦਗੀ 'ਚੋਂ ਉਹ ਦਾਤ ਦਾ ਪਾਤਰ ਬਣ ਜਾਏਗਾ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਬੜੇ ਦਾਨ ਦੇਣ ਵਾਲੇ ਵੀ ਹੈਗੇ। ਫਿਰ ਤੇ ਮਲਕ ਭਾਗੋ ਵੀ ਸਚਿਆਰਾ ਹੀ ਹੈ। ਉਹ ਕਿੱਦਾਂ ਲੰਗਰ ਲਾ ਕੇ ਬੈਠਾ ਸੀ, ਪਰ ਕਿੰਨਿਆਂ ਦਾ ਖੂਨ ਚੋੜ ਕੇ ਲੰਗਰ ਲਾਇਆ ਸੀ ਉਹਨੇ। ਮੈਂ ਵੀ ਨਹੀਂ ਕਹਿੰਦਾ ਸਾਰੇ ਹੈਲਪ ਕਰਨ ਵਾਲੇ ਠੱਗ ਬੇਈਮਾਨ ਹੀ ਹੁੰਦੇ ਆ। ਬੜੇ ਲੋਕ ਨੇ ਜਿਹੜੇ ਸੰਸਾਰ 'ਤੇ ਆਪਣੀ ਸਹੀ ਕਿਰਤ ਕਮਾਈ ਕਰਨ ਵਿੱਚੋਂ ਕਿਸੇ ਲੋੜਵੰਦ ਦੀ ਹੈਲਪ ਕਰਦੇ ਨੇ। ਪਰ ਜੇ ਸਮਾਜ ਵਿੱਚ ਵੇਖੀਏ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਇੱਕ ਬੰਨੇ ਠੱਗੀਆਂ ਮਾਰਦੇ ਨੇ ਤੇ ਦੂਜੇ ਬੰਨੇ ਥੋੜ੍ਹਾ ਜਿਹਾ ਦਾਨ ਪੁੰਨ ਕਰਕੇ ਲੋਕਾਂ 'ਚ ਧਰਮੀ ਹੋਣ ਦਾ ਪ੍ਰਮਾਣ ਪੱਤਰ ਵੀ ਲੈਣਾ ਚਾਹੁੰਦੇ ਨੇ। ਲੋਕਾਂ 'ਚ ਪਤਾ ਲੱਗੇ। ਪਰ ਪਾਤਸ਼ਾਹ ਕਹਿੰਦੇ ਇਹਦੇ ਨਾਲ ਤੂੰ ਅਸਲੀ ਦਾਤ ਦਾ ਮਾਲਕ ਤੇ ਨਾ ਬਣ ਸਕਦਾ। ਤੈਨੂੰ ਤਾਂ ਦਾਤ ਭਾਉਂਦੀ ਹੀ ਨਹੀਂ ਹੈ, ਸਿੱਖਿਆ ਰੂਪੀ ਦਾਤ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਫਿਰ ਅੱਗੇ ਕਹਿੰਦਾ ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਕਿਹੜੀ ਸਿਆਣਪ? ਕੀ ਮਹਾਰਾਜ ਸਾਨੂੰ ਸਿਆਣਾ ਨਹੀਂ ਬਣਾਉਂਦੇ? ਸਿਆਣਾ ਤੇ ਬਣਾਉਂਦੇ ਨੇ। ਪਰ ਇੱਥੇ ਗੱਲ ਹੈ ਉਹ ਸਿਆਣਪ, ਉਹ ਚਲਾਕੀਆਂ, ਉਹ ਚਤਰਾਈਆਂ ਜਿਹੜੀਆਂ ਧਰਮ ਦੇ ਨਾਂ 'ਤੇ ਬੰਦਾ ਕਰਦਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਹੜੀਆਂ ਸਿਆਣਪਾਂ? ਵੀ ਬਾਹਰੋਂ ਤਾਨੂੰ ਪਾਣੀ ਨਾਲ ਧੋਈ ਜਾਓ, ਇਹਦੇ ਨਾਲ ਮਨ ਥੋੜ੍ਹਾ ਸੁੱਚਾ ਹੋ ਚੱਲਿਆ। ਇਹ ਸਿਆਣਪ ਹੀ ਹੈ, ਮਨ ਦੀ ਚਲਾਕੀ ਹੈ। ਬਾਹਰੋਂ ਚੁੱਪ ਕਰਕੇ ਬਹਿ ਜਾਓ, ਇਹਦੇ ਨਾਲ ਮਨ ਥੋੜ੍ਹਾ ਚੁੱਪ ਕਰ ਲੱਗਾ ਕਿਤੇ। ਇਹ ਚਲਾਕੀ ਹੈ ਮਨ ਦੀ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਹੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਏ, ਚਤੁਰਾਈ ਨਾ ਚਤੁਰ ਭੁਜ ਪਾਈਏ। ਇਹੋ ਹੀ ਤਾਂ ਚਲਾਕੀਆਂ ਨੇ। ਗਿਣਤੀਆਂ ਮਿਣਤੀਆਂ ਦੇ ਜਪ ਕਰਨੇ, ਤਪ ਕਰਨੇ, ਮੰਤਰ ਪੜ੍ਹਨੇ, ਇਹਨਾਂ ਚਲਾਕੀਆਂ ਨਾਲ। ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਕਹਿਣ ਲੱਗੇ ਸਭ ਕੋ ਤੇਰੇ ਵਸ। ਹੇ ਮੇਰੇ ਮਾਲਕ ਜੀ, ਸਭ ਕੋ ਤੇਰੇ ਵਸ ਦਾ ਅਰਥ ਹੈ ਹੇ ਕਾਲ ਪੁਰਖ ਵਾਹਿਗੁਰੂ ਜੀ, ਸਾਰਾ ਕੁਝ ਤੁਹਾਡੇ ਹੁਕਮ ਵਿੱਚ ਹੈ। ਤੁਹਾਡੇ ਬਜਵੇਂ ਨਿਯਮ ਮੁਤਾਬਕ ਸਭ ਕੁਝ ਚੱਲ ਰਿਹਾ। ਅਗਮ ਅਗੋਚਰਾ, ਹੇ ਅਗੰਮ ਤੇ ਅਗੋਚਰ, ਤੂੰ ਭਗਤਾਂ ਕੇ ਵਸ। ਹਾਂ, ਜਿਹੜੇ ਭਗਤ ਜਨ ਹੁੰਦੇ ਨੇ ਉਹਨਾਂ ਦੇ ਅੰਦਰ ਤੁਸੀਂ ਪ੍ਰਗਟ ਹੁੰਦੇ ਹੋ, ਵਸਦੇ ਹੋ। ਭਗਤਾਂ ਤਾਣ ਤੇਰਾ। ਤੇ ਭਗਤ ਜਨਾਂ ਨੂੰ ਵੀ ਹਮੇਸ਼ਾ ਤੁਹਾਡਾ ਹੀ ਤਾਣ ਹੁੰਦਾ। ਭਗਤ ਕੌਣ ਹੈ ਫਿਰ? ਭਗਤਾਂ ਕੀ ਚਾਲ ਨਿਰਾਲੀ। ਭਗਤ ਬਣਨ ਲਈ ਕੋਈ ਵੱਖਰਾ ਪਹਿਰਾਵਾ ਪਾਉਣ ਦੀ ਲੋੜ ਥੋੜ੍ਹਾ। ਇਹ ਤੇਰੇ ਭਗਤ ਵੇਖਣ ਲਈ ਆਪਾਂ ਨੂੰ ਲੱਗਦਾ ਵੀ ਆਹ ਜਿਹੜਾ ਚਿੱਟੇ ਕੱਪੜੇ ਪਾਏ, ਜਿਹਨੇ ਕਾਲੇ ਕੱਪੜੇ ਪਾਏ, ਜਿਹਨੇ ਨੀਲੇ ਕੱਪੜੇ ਪਾਏ, ਜਿਹਨੇ ਇੱਦਾਂ ਦਾ ਦਮਾਲਾ ਬੱਧਾ ਹੈ, ਜਿਹਨੇ ਇੱਦਾਂ ਦਾ ਹਜੂਰੀਆ ਪਾਇਆ, ਸ਼ਾਇਦ ਇਹੋ ਹੀ ਭਗਤ ਹੋਵੇ। ਨਹੀਂ, ਉਹ ਸਕੂਲ ਟੀਚਰ ਵੀ ਹੋ ਸਕਦਾ ਹੈ, ਉਹ ਪੁਲਿਸ ਅਫਸਰ ਵੀ ਹੋ ਸਕਦਾ ਹੈ, ਕੋਈ ਪੁਲਿਸ ਮੁਲਾਜ਼ਮ ਆਮ ਵੀ ਹੋ ਸਕਦਾ ਹੈ,
कोई खेत च काम करने वाला भी हो सकता है, खेत का मालक भी हो सकता है, फैक्ट्री का मालक भी हो सकता है, फैक्ट्री च काम करने वाला वर्कर भी हो सकता है, डॉक्टर भी हो सकता है, नर्स भी हो सकती है, कोई भी हो सकता, माँ भी हो सकती है, भैन भी हो सकती है, पति भी हो सकता है, पत्नी भी हो सकती है, पुत भी हो सकता है, धी भी हो सकती है, कोई भी भगत हो सकता है। किहड़ा? भगतां की चाल निराली, चालां निराली भगतां केरी बिखम मार्ग चलना, लभ लोभ अहंकार तज तृष्णा बहुत नाही बोलना। आओ गुरु के इस उपदेश को अपनी जिंदगी में समझने का यत्न करिए। साहब जी कहते एक नहीं दात, एक किहो जी दात है आपस ते जो पाई है, जोड़ा आपे ही भरम पाल के बैठा है भी भाई वेख लो माल की किड्डी वड्डी दात है। कहते वास्तव में ये दात नहीं है प्यारिया, ये नहीं सचियारा बनया जाना। सचियारा बनने वास्ते दात किहड़ी है भला? वो दात गुरु कोलों मिलती है। जिन्हों भाजे ना किते चंगी लग जाए फिर वो निंदक नहीं हुंदा। जिवें उत्थे कहते ना निंदक नर काले मुख निंदा जिन गुर की दात ना पाई। वो किहड़ी दात है जिहड़ी भाउंदी नहीं समाज नूं? वो सिੱਖਿਆ रूपी दात ही नहीं भाउंदी, बाकी तो सब कुछ पाई जाता है। गड्डियां मोटर कारां किहनूं नहीं चंगियां लगदियां। हुण पुत्तर चंगा लगदा है, धी नहीं भाउंदी। ते बाणी आंदी है धी भी उहो ही है। पिछे आपां पढ़ आए हैं कि भंड मूआ भंड भालीए भंड होवे बंधान, सो को मंदा आखीए जित जम्मै रजन। हुण गुरु की सिੱਖਿਆ आंदी धी नूं भी चंगा मन्नो, ते धी दी दात नहीं भाउंदी, पुੱਤ दी दात भारी है सानूं। बस जो गुरु की सिੱਖਿਆ आ गई फिर पुत्र धी बराबर करके जाणांगे, फिर असी कोई वितकरा नहीं करांगे। आओ मेरियो भैणों वीरो बजुर्गो बच्चिओ, जिन्ना भी समा है साडे कोल बाणी पढ़ो, समझो, विचारो। तो साहब जी कहते ने नानक सा करामात है, आ है करामात। साहब तुठ है जो मिले मार्ग का तुठना, मार्ग की प्रसंगता ही साडे वास्ते मालिक की बख्शिश के पात्र बनना है। 23 नंबर पौड़ी नाल साध संगत जी 2 श्लोक आए ने। इस तो अगला श्लोक भी, क्योंकि दोनों श्लोक इस पौड़ी नाल 2-2 पंक्तियां दे ही ने, तो आपां कल इस तो अगला श्लोक तुहाडे नाल साझा करांगे, जिस विच गुरु पातशाह जी ने बहुत प्यारे तरीके नाल चाकर दी सेवक दी डेफिनेशन दसी है भी किहड़ा। जिवें इत्थे कहता एक ने ही दात आ, उत्थे कहा एक ने ही चाकरी। वो किहो जी चाकरी है? उत्थे कहता एक ने ही दात, इत्थे अगे अगली श्लोक में कहता एक ने ही चाकरी। एक ने ही दात ते एक ने ही चाकरी। इन्हां दोवां श्लोकां विच, ये दोनों श्लोक 23 नंबर पौड़ी दे नाल गुरु साहब जी दे उच्चारण कीते हुए ने। इस श्लोकां दे नाल आपां पौड़ी नूं भी नाल वेखदे जाना। नानक अंत न जापनी हार ताके पारावार, आप कराए साखती फिर आप कराए मार। एक ना गली जंजीरियां, एक तुरी चढ़े विशियारे को ने जिहड़े औगणां दीयां जंजीरां 'च वज्जे पए ने। ते कदी कदी लगदा जिहड़े औगणां दीयां जंजीरां 'च वज्जे पए आ ना, वो कई वारी ना शरीर के तल उपर कीते हुए कर्म कांडां नूं ही दातां समझ के बह जांदे आ। ते जिहड़े तुरी चढ़े विशियार आ, जिहड़े ऐ सोहणे तरीके नाल तैयार बर तैयार, जिन्हां कोल सोहणे विचार हुंदे आ, हर वक्त घोड़ सवार वांगू तैयार बर तैयार रहिंदे आ, वो फिर समझ आंदे भी आप कराए करे आप, हम कैसे करी पुकार, किहदे अगे पुकार करनी भाई? वो करन कराने वाला सब कुछ आप है। नानक करना जिन किया फिर तिस ही करनी सार, पैदा करके उसकी संभाल भी खुद आप कर रहा है। आओ अज आप 23 नंबर पौड़ी के नाल जिहड़े 2 श्लोक आए ने, उन्हां विचों पहले श्लोक का पाठ ते विचार साझे कीते ने। सारिਆਂ दा धन्नवाद जी। आप सहज पाठ करो, आप बाणी पढ़ो, तो आप पढ़ के समझ के विचार के सिੱਖਿਆ ਨੂੰ जिंदगी च लागू करना ही गुरु की सब तो वड्डी दात है। आओ अरदास करिए सानू ये दात भा जाए, चंगी लगे। बड़ा लंबा टाइम बड़ा संताप हंडाया कौम ने, ये दात सानू चंगी नहीं लगी, डेरियां दीयां दातां चंगियां लग गईयां, डेरे चंगे लगन लग पे। आओ गुरु ग्रंथ साहब जी वालों दिती हुई ये सिੱਖਿਆ रूपी दात चंगी लगे, तो असी निंदकां दी कतार चों बाहर निकल के गुरमुखां दी कतार विच आण के अपने आप नूं खड़ा कर सकीए। सारिਆਂ दा धन्नवाद। इन्ने की बचन प्रवान करने जी। अदब सत्कार नाल फतेह बुलाओ। वाहिगुरू जी का खालसा, वाहिगुरू जी की फतेह।